ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਤਿਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਫੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭਏ ਸਰੋਤੇ ਹਰ ਨਾਮ ਮੁਖ ਗਾਇਆ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭਏ ਸਰੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਇਹਾ ਸੁਖ ਆਗੈ ਮੁਖ ਉਜਲ
ਮਿਟ ਗਏ ਆਵਣ ਜਾਣੇ। ਨਿਰਭਉ ਭਏ ਹਿਰਦੈ ਨਾਮ ਵਸਿਆ। ਆਪਣੇ ਸਤਿਗੁਰ ਕੈ ਮਨ ਭਾਣੇ। ਊਠਤ ਬੈਠਤ ਹਰ ਗੁਣ ਗਾਵੈ। ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਕੇ ਪੂਰ ਕਰਮਾ। ਜਾ ਕਾ ਗੁਰ ਚਰਨੀ ਮਨ ਲਾਗਾ। ਊਠਤ ਬੈਠਤ ਹਰ ਗੁਣ ਗਾਵੈ। ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਕੇ ਪੂਰ ਕਰਮਾ। ਜਾ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਰੱਥ ਸਤਿਗੁਰੂ ਦੀ ਵਡਿਆਈ, ਸਮਰੱਥ ਸਤਿਗੁਰੂ ਦੀ ਮਿਹਰ, ਉਸ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਦਾਤਾ ਜੀ ਦੱਸਦੇ ਨੇ ਕਿ ਸਰਬ ਕਲਾ ਸਮਰੱਥ ਸਤਿਗੁਰੂ ਆਤਮਿਕ ਜੀਵਨ ਦੇ ਤੌਰ ਤੇ ਮਰ ਚੁੱਕੇ ਜਿਹੜੇ ਇਨਸਾਨ ਨੇ, ਉਹਨਾਂ ਅੰਦਰ ਨਾਮ ਦੀ ਛੂ ਲਾ ਕੇ ਉਹਨਾਂ ਅੰਦਰ ਨਾਮ ਦੇ ਸਵਾਸ ਜਾਰੀ ਕਰ ਦਿੰਦੇ ਨੇ। ਕਈ ਜਨਮਾਂ ਦੇ ਵਿਛੜੇ ਹੋਏ ਨੂੰ ਸਤਿਗੁਰੂ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ। ਫਿਰ ਸਤਿਗੁਰੂ ਦੀ ਵਡਿਆਈ ਦੇਖੋ, ਉਹਦੇ ਅਚਰਜ ਕੌਤਕ ਦੇਖੋ। ਪਸ਼ੂ ਬਿਰਤੀ, ਪ੍ਰੇਤ ਬਿਰਤੀ, ਮੂਰਖ ਤੋਂ ਮੂਰਖ ਤੇ ਜਾਹਿਲ ਤੋਂ ਜਾਹਿਲ ਜਿਹੜੇ ਇਨਸਾਨ ਨੇ, ਸਤਿਗੁਰੂ ਉਹਨਾਂ ਨੂੰ ਵੀ ਸ਼ਬਦ ਦੇ ਸਰੋਤੇ ਬਣਾ ਦਿੰਦਾ ਹੈ, ਉਹਨਾਂ ਦਾ ਜੀਵਨ ਬਦਲ ਦਿੰਦਾ ਹੈ। ਸਤਿਗੁਰੂ ਦੁੱਖਾਂ ਦਾ, ਕਲੇਸ਼ਾਂ ਦਾ ਡੇਰਾ ਢਾ ਦਿੰਦਾ ਤੇ ਉਹਨਾਂ ਬੰਦਿਆਂ ਦੇ ਪੂਰੇ ਭਾਗ ਨੇ, ਬਹੁਤ ਚੰਗੇ ਕਰਮ ਨੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਹੈ। ਆਓ
ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰਾਂਗੇ। ਔਰ ਹੁਣ ਰਹਿੰਦੇ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਔਰ ਇਤਿਹਾਸ ਵਿੱਚੋਂ ਵੀ ਆਪਾਂ ਉਹਨਾਂ ਨੇ ਜੋ ਸਾਨੂੰ ਜੀਵਨ ਬਾਣੀ ਔਰ ਉਪਦੇਸ਼ ਵੀ ਸਮਝਾਇਆ, ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਪ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਨਤਮਸਤਕ ਹੋਣ ਆਏ ਹੋ। ਜਿਹੜੇ ਇਸ ਵਰੇ ਨਹੀਂ ਵੀ ਆ ਸਕੇ, ਆਪਣੇ ਘਰਾਂ ਵਿੱਚ ਬੈਠੇ ਤੁਸੀਂ ਲਾਈਵ ਹਜ਼ੂਰ ਦੇ ਦਰਬਾਰ ਦਾ ਕੀਰਤਨ, ਸਾਰੀ ਮਰਿਆਦਾ, ਸ਼ਬਦ ਵਿਚਾਰ, ਕਥਾ, ਕੀਰਤਨ ਦਰਬਾਰ ਆਪ ਜੀ ਦੇਖੋਗੇ, ਸਰਵਣ ਕਰੋਗੇ। ਆਪਣੀ ਸੁਰਤ ਦੀ ਹਾਜ਼ਰੀ ਆਪ ਘਰ ਬੈਠੇ ਵੀ ਸਤਿਗੁਰੂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਲਵਾਓ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ। ਗੁਰੂ ਰਾਮਦਾਸ ਸਾਡੇ ਕਥਨ ਔਰ ਸਰੋਤ ਨੂੰ ਧੁਰ ਅੰਦਰ ਦੀ ਇਕਾਗਰਤਾ ਬਖਸ਼ ਦੇਣ, ਭਾਵਨਾ ਬਖਸ਼ਣ, ਸ਼ਰਧਾ ਬਖਸ਼ ਕੇ ਅੰਮ੍ਰਿਤ ਬਚਨ ਦੀ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸੋਰਠ ਮਹੱਲਾ ਪੰਜਵਾਂ। ਅੱਜ ਦਾ ਇਹ ਅੰਮ੍ਰਿਤ ਸ਼ਬਦ ਰਾਗ ਸੋਰਠ ਵਿੱਚ ਹੈ ਔਰ ਇਸ ਰਾਗ ਵਿੱਚ ਇਸ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਅਸੀਂ ਅਨੇਕਾਂ ਸਤਿਕਾਰਯੋਗ ਸ਼ਬਦਾਂ ਦੇ ਨਾਲ ਬੁਲਾਨੇ ਆ ਜਾਂ ਉਹਨਾਂ ਦੇ ਨਾਮ ਦਾ ਜ਼ਿਕਰ ਕਰਨੇ ਆ ਕਿ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸਬਰ ਦੇ ਮੁਜੱਸਮੇ ਔਰ ਖਾਸ ਕਰਕੇ ਅਸੀਂ ਸ਼ਬਦ ਕਹਿੰਦੇ ਆ ਬਾਣੀ ਕੇ ਬੋਹਿਤ। ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸ਼ਹਾਦਤ ਵਾਲੇ ਦਿਨ ਇੱਥੇ ਕਥਾ ਕਰਦਿਆਂ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ 43 ਸਾਲ ਦੀ ਆਰਬਲਾ ਵਿੱਚ ਸਾਡੇ ਉੱਤੇ ਇੰਨੀ ਕੁ ਬਖਸ਼ਿਸ਼ ਕੀਤੀ, ਇਸ ਮਾਨਵਤਾ ਤੇ ਇੰਨੀ ਕੁ ਰਹਿਮਤ ਕਰ ਦਿੱਤੀ ਕਿ ਜਿੰਨੀ ਦੇਰ ਤੱਕ ਇਹ ਧਰਤੀ ਦਾ ਟੁਕੜਾ ਕਾਇਮ ਰਹੇਗਾ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਦਿੱਤੀ ਕੋਈ ਦੇਣ ਦਾ ਇਹ ਸੁਖ ਮਾਣਦਾ ਰਹੇਗਾ। ਜੀਵ ਸੁਖ ਮਾਣਨਗੇ। ਸਭ ਤੋਂ ਵੱਡੀ ਉਹਨਾਂ ਦੀ ਸਾਨੂੰ ਦੇਣ ਕਿ ਸਾਰੀ ਬਾਣੀ ਨੂੰ ਪੋਥੀਆਂ ਤੋਂ ਇੱਕ ਜਗ੍ਹਾ ਗ੍ਰੰਥ ਦੇ ਰੂਪ ਵਿੱਚ ਇਕੱਤਰ ਕਰ ਦੇਣਾ। ਰਾਮਸਰ ਦੇ ਕਿਨਾਰੇ ਆਪ ਸਰੋਵਰ ਬਣਾ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਗੁਰਦਾਸ ਸਾਹਿਬ ਤੋਂ ਲਿਖਾ ਕੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ। ਦੂਸਰਾ, ਉਹਨਾਂ ਨੇ ਆਪਣੀ ਹਯਾਤੀ ਵਿੱਚ, ਆਪਣੇ ਜੀਵਨ ਕਾਲ ਵਿੱਚ ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ। ਉਸ ਦੇ ਨਾਲ ਕਿਵੇਂ ਪ੍ਰਕਾਸ਼ ਕਰਨਾ ਹੈ, ਕਿਵੇਂ ਕੀਰਤਨ ਹੋਵੇਗਾ, ਕਿਸ ਵੇਲੇ ਕਿਸ ਤਰ੍ਹਾਂ ਸੰਧਿਆ ਦੀ ਮਰਿਆਦਾ ਨਿਭਾਣੀ ਹੈ ਤੇ ਕਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਵਰੂਪ ਨੂੰ ਕੋਠਾ ਸਾਹਿਬ ਵਿਖੇ ਬਿਰਾਜਮਾਨ ਕਰਨਾ ਹੈ। ਉਹਨਾਂ ਨੇ ਸਾਨੂੰ ਬਾਣੀ ਦਿੱਤੀ। ਬਾਣੀ ਦੇ ਬੋਇਤ ਨੇ ਬਾਣੀ ਦਾ ਅਦਬ ਕਰਨ ਦੀ ਜਾਚ ਵੀ ਸਾਨੂੰ ਦੱਸੀ। ਇਹ ਬੜੀ ਵੱਡੀ ਉਹਨਾਂ ਦੀ ਬਖਸ਼ੀਸ਼ ਹੈ। ਔਰ ਇਸ ਨਾਲ ਹੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਸਿਰਜਣਾ ਹੈ,
ਅਸੀਂ ਵੇਖਾਂਗੇ ਆਉਣ ਵਾਲੇ ਦਿਨਾਂ 'ਚ ਕਿ ਸਰੋਵਰ ਗੁਰੂ ਰਾਮਦਾਸ ਜੀ ਮੁਕੰਮਲ ਕਰਾ ਰਹੇ ਨੇ ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪਿਤਾ ਗੁਰਦੇਵ ਦੇ ਦੱਸੇ ਹੋਏ ਬਚਨਾਂ ਅਨੁਸਾਰ ਇਸ ਹਰਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਪੈ ਕਰਾਉਂਦੇ ਨੇ। ਇਸ ਕਰਕੇ ਮੈਂ ਅਰਜ਼ ਕੀਤੀ, ਉਹਨਾਂ ਦੀ ਸਭ ਤੋਂ ਵੱਡੀ ਦੇਣ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਔਰ ਨਾਲ ਇਸ ਬਾਣੀ ਦੇ ਖਜ਼ਾਨੇ ਨੂੰ ਜਦੋਂ ਵਾਚਿਆ ਪੜਚੋਲਿਆ, ਉਂਝ ਵੈਸੇ ਭੱਟ ਸਾਹਿਬਾਨ ਜੀ ਨੇ ਬਚਨ ਕਿਹਾ ਕਿ ਗੁਰੂ ਅਰਜੁਨ ਦੇਵ ਜੀ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਹਨਾਂ ਇਹ ਵੀ ਸ਼ਬਦ ਵਰਤੇ ਨੇ ਕਿ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਬ੍ਰਹਮ ਨੂੰ ਪਛਾਣਨ ਵਾਲੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਭਗਤ ਆਏ ਤੇ ਇੱਥੋਂ ਤੱਕ ਕਿ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਧੰਨ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਦਾ ਪ੍ਰਕਾਸ਼ ਕੀਤਾ ਹੈ, ਉਹਨਾਂ ਦੀ ਰਸਨਾ ਦੇ ਉੱਪਰ ਖਰੀ ਦਾ ਨਿਵਾਸ ਹੈ। ਮੈਂ ਸਿਰਫ ਇਸ ਕਰਕੇ ਥੋੜੀ ਜਿਹੀ ਬੇਨਤੀ ਕੀਤੀ, ਸਤਿਗੁਰਾਂ ਦਾ ਅੱਜ ਇਹ ਬਚਨ ਹੈ ਤੇ ਉਹਨਾਂ ਨੇ ਇਸ ਸ਼ਬਦ ਦੇ ਖਜ਼ਾਨੇ ਦੇ ਸੰਬੰਧ ਵਿੱਚ ਹੀ ਸਾਨੂੰ ਕਿਹਾ ਸੀ, ਸਿੱਖੋ ਕਿ ਇਸ ਬਾਣੀ ਦੇ ਖਜ਼ਾਨੇ ਨੂੰ ਤੁਸੀਂ ਤੁਹਾਡੀਆਂ ਪੀੜ੍ਹੀਆਂ ਰਹਿੰਦੀ ਦੁਨੀਆ ਤੱਕ ਪੂਰੀ ਮਾਨਵਤਾ ਵਰਤਦੀ ਰਹੇ, ਨਾ ਇਹਨੇ ਕਦੀ ਮੁੱਕਣਾ ਤੇ ਨਾ ਇਹਨੇ ਕਦੀ ਘਟਣਾ ਹੈ। ਸਤਿਗੁਰੂ ਦੇ ਬਚਨ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਉਸ ਖਜ਼ਾਨੇ ਵਿੱਚੋਂ ਅੱਜ ਗੁਰੂ ਅਰਜੁਨ ਦੇਵ ਜੀ ਨੇ ਇਹ ਸ਼ਬਦ ਪੂਰੇ ਗੁਰੂ ਦੀ ਉਪਮਾ ਵਡਿਆਈ ਵਿੱਚ ਉਚਾਰਨ ਕੀਤਾ ਹੈ। ਮਿਰਤਕ ਕਉ ਪਾਇਓ ਤਨ ਸਾਸਾ, ਮਿਰਤਕ ਕੋ ਪਾਇਓ ਤਨ ਸਾਸਾ। ਮਿਰਤਕ ਦਾ ਲਫ਼ਜ਼ੀ ਅਰਥ ਆਪਾਂ ਸਾਰੇ ਜਾਣਦੇ ਹਾਂ, ਮਰਿਆ ਹੋਇਆ, ਮੁਰਦਾ ਸ਼ਬਦ ਵਰਤੀ। ਸਮਰੱਥ ਗੁਰੂ ਨੇ ਕਿਰਪਾ ਕੀਤੀ, ਮਰ ਚੁੱਕੇ ਇਨਸਾਨ ਨੂੰ ਪਾਇਓ ਤਨ ਸਾਸਾ, ਉਹਦੇ ਤਨ ਦੇ ਵਿੱਚ, ਉਹਦੇ ਸਰੀਰ ਦੇ ਵਿੱਚ ਸਵਾਸ ਪਾ ਦਿੱਤੇ। ਅਖਰੀ ਅਰਥ ਅਸੀਂ ਇਹ ਕਰਾਂਗੇ ਕਿ ਮਿਰਤਕ ਕੋ ਪਾਇਓ ਤਨ ਸਾਸਾ। ਤਨ ਦਾ ਅਰਥ ਸਰੀਰ ਹੈ ਕਿ ਮੁਰਦੇ ਦੇ ਸਰੀਰ ਦੇ ਵਿੱਚ ਉਹਨਾਂ ਨੇ ਸਵਾਸ ਪਾ ਦਿੱਤੇ। ਬਿਸ਼ੁਰਤ ਆਨ ਮਿਲਾਇਆ, ਵਿਛੁਰਤ ਆਨ ਮਿਲਾਇਆ। ਵਿਛੁਰਤ ਦਾ ਅਰਥ ਹੈ ਜਿਹੜਾ ਵਿਛੜਿਆ ਹੋਇਆ ਹੈ, ਉਹਨੂੰ ਲਿਆ ਕੇ ਕਿਹਦੇ ਨਾਲ ਮਿਲਾ ਦਿੱਤਾ? ਪਾਰ ਬ੍ਰਹਮ ਪਰਮੇਸ਼ਵਰ ਨਾਲ। ਹੇ ਭਾਈ, ਮਰ ਚੁੱਕੇ ਦੇ ਅੰਦਰ ਸਵਾਸ ਪਾ ਦਿੱਤੇ ਤੇ ਵਿਛੜੇ ਹੋਏ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਮਿਲਾ ਦਿੱਤਾ। ਅਖਰੀ ਅਰਥ ਕਰਨ ਤੋਂ ਬਾਅਦ ਪਹਿਲੇ ਸ਼ਬਦ ਦੀ ਪਹਿਲੀ ਤੁਕ ਦੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਇੱਕ ਗੱਲ ਬੜੀ ਸਪਸ਼ਟ ਵਾਰ-ਵਾਰ ਅਸੀਂ ਰੋਜ਼ ਕਰ ਰਹੇ ਹਾਂ ਕਿ ਜਿੱਥੇ ਅਖਰੀ ਅਰਥ ਕਰਨੇ ਆ ਉੱਥੇ ਉਹਨਾਂ ਸ਼ਬਦਾਂ ਦੇ ਭਾਵ ਅਰਥ ਵੀ ਨੇ। ਮਿਰਤਕ ਦੇ ਅੰਦਰ ਸਵਾਸ ਪਾ ਦਿੱਤੇ ਤੇ ਕੋਈ ਸ਼ੱਕ ਨਹੀਂ, ਆਪਾਂ ਨੂੰ ਕੋਈ ਰੰਚਕ ਮਾਤਰ ਕੋਈ ਸ਼ੰਕਾ ਨਹੀਂ। ਸਮਰੱਥ ਗੁਰੂ ਸਰੀਰਕ ਤੌਰ ਤੇ ਮਰੇ ਹੋਏ ਨੂੰ ਵੀ ਜਵਾ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਸਰੀਰਕ ਤੌਰ ਤੇ ਮਰ ਚੁੱਕੇ ਨੂੰ ਵੀ ਜ਼ਿੰਦਗੀ ਦਿੰਦੇ ਨੇ ਤੇ ਸਮਰੱਥ ਗੁਰੂ ਆਤਮਿਕ ਤੌਰ ਤੇ ਮਰ ਚੁੱਕੇ ਨੂੰ ਵੀ ਜ਼ਿੰਦਗੀ ਦਿੰਦੇ ਨੇ। ਆਤਮਿਕ ਤੌਰ ਤੇ, ਸਰੀਰਕ ਤੌਰ ਤੇ ਵੀ। ਕਈ ਵਾਰੀ ਅਸੀਂ ਕਹਾਂਗੇ ਦੇਖੋ ਜੀ, ਜੇ ਸਵਾਸ ਹੀ ਚਲੇ ਗਏ ਫਿਰ ਕਿਵੇਂ ਜ਼ਿੰਦਗੀ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਜੇਤੇ ਜੀ ਜੀਵੈ ਲੈ ਸਾਹ। ਸਾਰੇ ਜੀਵ ਜਿਹੜੇ ਨੇ ਉਹ ਸਾਹ ਲੈ ਕੇ ਜੀਂਦੇ ਨੇ, ਉਹਨਾਂ ਦੇ ਸਵਾਸ ਚੱਲਦੇ ਨੇ। ਜਿਵਾਲੇ ਤਾਂ ਕਿ ਅਸਾਹ, ਸਾਹ ਦੇ ਅਗੇਤਰ ਐੜਾ ਲਾ ਦਿੱਤਾ। ਮਹਾਰਾਜ ਕਹਿੰਦੇ ਨੇ ਤੂੰ ਸਾਰੇ ਜੀਵ ਸਵਾਸ ਲੈ ਕੇ ਜੀਂਦੇ ਨੇ। ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਸੀਂ ਸਰਬ ਕਲਾ ਸਮਰੱਥ ਹੋ। ਜਿਹੜਾ ਘੜਨ ਵਾਲਾ ਹੈ, ਬਣਾਉਣ ਵਾਲਾ ਹੈ, ਢਾਣ ਵਾਲਾ ਹੈ, ਪਿਆਰਿਓ, ਉਹਦੀ ਉਸ ਸਰਬ ਕਲਾ ਦੀ ਜਿਹੜੀ ਸਰਬਗਤਾ ਦੀ ਸ਼ਕਤੀ ਹੈ ਨਾ, ਉਹਦੇ ਤੇ ਕਦੀ ਆਪਾਂ ਕਿੰਤੂ ਨਹੀਂ ਕਰਨਾ। ਉਹ ਸਮਰੱਥ ਨੇ। ਮਹਾਰਾਜ ਕਹਿੰਦੇ ਜੇਤੇ ਜੀ ਜੀਵੈ ਲੈ ਸਾਹ, ਜਿਵਾਲੇ ਤਾਂ ਕੇ ਅਸਾ। ਜੇ ਤੁਸੀਂ ਜਵਾਨ ਤੇ ਆਓ ਤੇ ਸਾਹ ਤੋਂ ਬਿਨਾਂ ਵੀ ਜਵਾ ਲੈਂਦੇ ਹੋ। ਅਸੀਂ ਬਾਣੀ 'ਚ ਇੱਕ ਬਚਨ ਪੜ੍ਹਨੇ ਆ ਕਿ ਪ੍ਰਭ ਭਾਵੈ
ਬਿਨ ਸਾਸ ਤੇ ਰੱਖ ਹੈ, ਸਰੀਰਕ ਤੌਰ ਤੇ ਵੀ ਹੈ। ਮਿਰਤਕ ਕੋ ਜੀਵਾਲਣ ਹਾਰ, ਮਹਾਰਾਜ ਸਤਿਗੁਰੂ ਬਾਣੀ ਚ ਕਹਿ ਰਹੇ ਕਿ ਮੁਰਦੇ ਨੂੰ ਜ਼ਿੰਦਗੀ ਦੇਣ ਵਾਲੇ ਨੇ, ਜਿਹਦੇ ਸਾਹ ਨਹੀਂ ਉਹਨੂੰ ਸਵਾਸਾਂ ਤੋਂ ਬਿਨਾਂ ਵੀ ਉਹ ਰੱਖਦੇ ਨੇ। ਇਸੇ ਤਰ੍ਹਾਂ ਹੀ ਸ਼ਬਦ ਸਤਿਗੁਰੂ ਲਿਖਿਆ ਹੈ ਕਿ ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਵਾਲੈ। ਇਹ ਸਤਿਗੁਰੂ ਦੇ ਕੋਲ ਸਮਰੱਥਾ ਹੈ। ਇੱਥੇ ਮੈਂ ਬੇਨਤੀ ਕਰਾਂਗਾ, ਅਧਿਆਤਮਿਕ ਤੌਰ ਤੇ ਜਿਹੜੇ ਬੰਦੇ ਮਰ ਚੁੱਕੇ ਆ, ਜਿਨ੍ਹਾਂ ਨੂੰ ਕੋਈ ਆਸ ਨਹੀਂ, ਢਹਿੰਦੀ ਕਲਾ ਵਿੱਚ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ, ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਸਮਰੱਥ ਸਤਿਗੁਰੂ ਨੇ ਜਿਹੜੇ ਮ੍ਰਿਤਕ ਬੰਦੇ ਨੇ, ਮਰ ਚੁੱਕੇ ਨੇ ਅੰਦਰੂਨੀ ਤੌਰ ਤੇ, ਉਹਨਾਂ ਦੇ ਅੰਦਰ ਵੀ ਨਾਮ ਰੂਪੀ ਸਵਾਸ ਚਲਾ ਦਿੱਤੇ ਨੇ, ਉਹਨਾਂ ਦੇ ਅੰਦਰ ਵੀ ਨਾਮ ਪਰਮਾਤਮਾ ਦਾ ਚਲਾ ਦਿੱਤਾ। ਤੇ ਮਹਾਰਾਜ ਕਹਿੰਦੇ ਜਿਹੜੇ ਕਈ ਜਨਮਾਂ ਦੇ ਵਿਛੜੇ ਨੇ, ਉਹਨਾਂ ਵਿਛੜਿਆ ਹੋਇਆਂ ਨੂੰ ਮਿਲਾ ਦਿੱਤਾ ਹੈ। ਪਸ਼ੂ ਪਰੇਤ ਮੁਗਧ ਭਏ ਸਰੋਤੇ। ਇੱਥੇ ਸਤਿਗੁਰੂ ਅੱਗੇ ਸ਼ਬਦ ਵਰਤਿਆ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਤਿੰਨ ਸ਼ਬਦ ਵਰਤੇ ਨੇ। ਅਖਰੀ ਅਰਥ ਨੇ ਪਸ਼ੂ, ਪ੍ਰੇਤ ਦਾ ਅਰਥ ਆਪਾਂ ਕਰਾਂਗੇ ਜਿੰਨ ਭੂਤ ਪ੍ਰੇਤ ਆਦਿਕ, ਤੇ ਮੁਗਧ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਮੂਰਖ। ਸਰੋਤੇ ਦਾ ਲਫ਼ਜ਼ੀ ਅਰਥ ਹੈ ਸੁਣਨ ਵਾਲਾ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਅਖਰੀ ਅਰਥ ਨੇ ਪਸ਼ੂਆਂ ਨੂੰ, ਪ੍ਰੇਤਾਂ ਨੂੰ ਤੇ ਮੂਰਖਾਂ ਨੂੰ ਸਤਿਗੁਰੂ ਨੇ ਸਰੋਤੇ ਬਣਾ ਦਿੱਤਾ। ਤੇ ਇਸ ਦਾ ਭਾਵ ਅਰਥ ਹੈ ਕਿ ਇਨਸਾਨੀ ਜਾਮਾ, ਉਂਝ ਵੈਸੇ ਇਸ ਗੱਲ ਤੋਂ ਇਨਕਾਰ ਨਹੀਂ ਕਰਨਾ, ਪਸ਼ੂ ਤੇ ਵੀ, ਪ੍ਰੇਤ ਤੇ ਵੀ, ਤੇ ਮੂਰਖ ਤੋਂ ਮੂਰਖ ਬੰਦੇ ਨੂੰ ਵੀ ਗੁਰੂ ਦਾ ਸ਼ਬਦ ਆਪਣੇ ਵੱਲ ਖਿੱਚ ਲੈਂਦਾ ਹੈ। ਆ ਬਨਾਸਪਤੀ ਉੱਤੇ ਸ਼ਬਦ ਦਾ ਅਰਥ ਹੁੰਦਾ, ਅਸਰ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਵਜਾਈ, ਤੇ ਅਕਸਰ ਮਹਾਰਾਜ ਜੀ ਦੀ ਰਸਨਾ ਤੋਂ ਇਹੀ ਸ਼ਬਦ ਕਿਹਾ ਜਾਂਦਾ ਸੀ, ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਜਾਂ ਸਾਡੇ ਵਿਦਵਾਨ ਕਹਿੰਦੇ ਸਨ, ਇਹ ਬੋਲ ਸਨ, ਮਰਦਾਨਿਆਂ ਛੇੜ ਰਬਾਬ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਜਿਸ ਵਕਤ ਹਜ਼ੂਰ ਨੇ ਆਪਣੀ ਰਸਨਾ ਤੋਂ ਸ਼ਬਦ ਗਾਇਆ, ਆਪਣੀ ਰਸਨਾ ਤੋਂ ਸ਼ਬਦ ਦਾ ਉਚਾਰਨ ਕੀਤਾ, ਤੇ ਰੁੱਖਾਂ ਦੇ ਪੱਤਿਆਂ ਵਿੱਚੋਂ ਵੀ ਰਸ ਨੁਚਰਨ ਲੱਗ ਪਿਆ ਸੀ। ਬਿਰਖਨ ਤੇ ਰਸ ਨੁਚਰਨ ਲੱਗਾ, ਬਿਸਰਿਓ ਸਭ ਅਪਾਨਾ। ਵੇਖੋ ਰਾਗ ਦੀ ਬੜੀ ਵੱਡੀ ਤਾਕਤ ਹੈ। ਭਾਰਤ ਦੇ ਵਿੱਚ ਸੰਗੀਤ ਵਾਲੇ ਜਿਹੜੇ ਸੱਜਣ ਨੇ ਉਹ ਦੱਸਦੇ ਨੇ ਕਿ ਜੇ ਕੋਈ ਟਿਕ ਕੇ ਰਾਗ ਗਾਏ, ਤਾਨਸੈਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੀਪਕ ਗਾ ਕੇ ਬੁੱਝੇ ਹੋਏ ਦੀਵਾਂ ਨੂੰ ਬਾਲ ਦਿੰਦਾ ਸੀ। ਰਾਗੀ ਮੇਘ ਗਾ ਕੇ ਬੱਦਲਾਂ ਵਿੱਚੋਂ ਬਾਰਿਸ਼ ਤੱਕ ਕਰਾ ਦਿੰਦੇ ਸਨ। ਉਹ ਸਿਰਫ ਮੈਂ ਰਾਗ ਦੀ ਗੱਲ ਕਰ ਰਿਹਾ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਪਸ਼ੂ ਤੇ ਵੀ ਅਸਰ ਕਰੇਗਾ, ਪ੍ਰੇਤ ਤੇ ਵੀ ਅਸਰ ਕਰੇਗਾ, ਮੂਰਖ ਤੇ ਵੀ ਅਸਰ ਕਰੇਗਾ। ਪਿਆਰਿਓ, ਗੁਰੂ ਦਾ ਸ਼ਬਦ ਮਿੱਟੀ ਤੇ ਵੀ ਅਸਰ ਕਰੇਗਾ, ਗੁਰੂ ਦਾ ਸ਼ਬਦ ਪਾਣੀ ਉੱਤੇ ਵੀ ਅਸਰ ਕਰੇਗਾ, ਕਿਉਂਕਿ ਜਿਹੜਾ ਸ਼ਬਦ ਹੈ ਇਹਦਾ ਅਸਰ ਹੁੰਦਾ ਹੈ। ਇਸੇ ਤਰ੍ਹਾਂ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਅਸੀਂ ਦੇਖਨੇ ਆ ਪੰਜ ਪਿਆਰੇ ਸਾਹਿਬ ਬਾਟੇ ਵਿੱਚ ਜਲ ਪਾਉਂਦੇ ਆ, ਤੇ ਮੇਰੀ ਅਰਜ਼ ਹੈ ਆਪ ਦੂਰੋਂ ਚੱਲ ਕੇ ਆਏ ਹੋ, ਜਿਹੜੇ ਇੱਥੋਂ ਵੀ ਸੱਜਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਆਏ ਆ, ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਦੇ ਰਹਿਤ ਨੂੰ ਕਮਾ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਆਪਣੇ ਜੀਵਨ ਦੀ ਡੋਰ ਨੂੰ ਪਕੜਾ ਦਈਏ। ਇਹਦੇ ਵਿੱਚ ਭਲਾ ਹੈ ਜੀਵ ਦਾ, ਸਾਡਾ, ਇਨਸਾਨਾਂ ਦਾ। ਹੁਣ ਜਦੋਂ ਜਲ ਪਾਉਂਦੇ ਨੇ ਬਾਟੇ ਵਿੱਚ, ਤੇ ਉਸ ਉੱਪਰ ਨਜ਼ਰ ਟਿਕਾ ਕੇ ਫਿਰ ਉਹ ਧੁਰਕੀ ਬਾਣੀ ਦਾ ਪਾਠ ਕਰਦੇ ਨੇ। ਪਾਣੀ ਨੀਰ ਤਾਂ ਉਹੀ ਹੈ, ਪਰ ਜਦੋਂ ਉਸ ਉੱਪਰ ਬਾਣੀ ਦਾ ਪਾਠ ਕੀਤਾ ਜਾਂਦਾ ਹੈ, ਉਸ ਪਾਣੀ ਨੂੰ ਆਪਾਂ ਅੰਮ੍ਰਿਤ ਕਹਿੰਦੇ ਆ, ਪੌਲ ਬਣ ਜਾਂਦੀ ਹੈ। ਪਿਆਰਿਓ, ਸੱਚ ਇਹ ਵੇ ਕਿ ਗੁਰੂ ਦਾ ਸ਼ਬਦ ਪਸ਼ੂ ਤੇ, ਪ੍ਰੇਤ ਤੇ, ਮੁਗਧ ਤੇ, ਜੜ ਤੇ, ਚੇਤਨ ਤੇ, ਰੁੱਖ ਤੇ, ਹਰ ਚੀਜ਼ ਦੇ ਉੱਤੇ ਆਪਣਾ ਅਸਰ ਕਰਦਾ। ਇੱਥੇ ਇੱਕ ਤਾਂ ਅਰਥ ਇਹ ਨੇ ਬਾਹਰ ਮੁਖੀ, ਦੂਸਰਾ ਪਸ਼ੂ ਇਹ ਅੰਦਰ ਦੀ ਬਿਰਤੀ ਦਾ ਨਾਮ ਵੀ ਹੈ। ਮਨੁੱਖ ਦੀ ਬਿਰਤੀ ਕਈ ਵਾਰੀ ਜਾਮਾ ਮਾਨਵ ਦਾ ਹੈ, ਪਰ ਇਹਦੇ ਅੰਦਰ ਦੀ ਸੁਰਤੀ ਬਿਰਤੀ ਜਿਹੜੀ ਉਹ ਪਸ਼ੂ ਵਾਲੀ, ਜਿਵੇਂ ਸਤਿਗੁਰੂ ਨੇ ਕਿਹਾ ਕਰਤੂਤ ਪਸ਼ੂ ਕੀ
ਮਾਨਸ ਜਾਤ, ਜਾਤ ਇਨਸਾਨ ਦੀ ਹੈ, ਪਰ ਕਰਤੂਤ ਕਰਮ ਜਿਹੜੇ ਨੇ ਇਹਦੇ ਪਸ਼ੂਆਂ ਵਾਲੇ ਨੇ। ਕਈ ਵਾਰੀ ਅਸੀਂ ਬਾਣੀ ਜਦੋਂ ਪਾਠ ਕਰਨੇ ਆ, ਕਈ ਥਾਵਾਂ ਤੇ ਇਸ ਮਨ ਨੂੰ, ਇਹਦੀਆਂ ਹਰਕਤਾਂ ਨੂੰ, ਇਹਦੇ ਫੁਰਨਿਆਂ ਨੂੰ ਸਤਿਗੁਰਾਂ ਨੇ ਪਸ਼ੂਆਂ ਦੇ ਨਾਲ ਤੁਲਨਾ ਦਿੱਤੀ। ਫਿਰ ਬੇਨਤੀ, ਹਾਲਾਂ ਉਹ ਪਸ਼ੂ ਹੈ ਨਹੀਂ ਇਨਸਾਨ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਮਨ ਖੁੱਟਰ ਨਹੀਂ ਤੇਰਾ ਮਿਸਬਾਸ ਤੂੰ ਮਹਾ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਕਹਿੰਦੇ ਨੇ ਉਹ ਗਧਿਆ, ਹੁਣ ਗਧਾ ਇੱਕ ਪਸ਼ੂ ਹੈ। ਉੱਥੇ ਸਤਿਗੁਰੂ ਨੇ ਮਨ ਲਈ ਸ਼ਬਦ ਖਰ ਖੋਤਾ ਵਰਤਿਆ। ਇਹਦਾ ਮਤਲਬ ਜਾਮਾ ਬੰਦੇ ਦਾ ਇਨਸਾਨੀ ਹੈ, ਪਰ ਕਰਤੂਤ ਜਿਹੜੇ ਮਨ ਦੇ ਫੁਰਨੇ ਨੇ ਉਹ ਪਸ਼ੂਆਂ ਵਾਲੀ ਬਿਰਤੀ। ਉੱਥੇ ਗਧਾ ਵੀ ਕਿਹਾ। ਇੱਕ ਤਾਂ ਮਹਾਰਾਜ ਦਾ ਬਚਨ ਪੜ੍ਹਨੇ ਆ, ਮਨ ਕੁੰਚਰ ਪੀਲਕ ਗੁਰੂ। ਉੱਥੇ ਮਨ ਨੂੰ ਹਾਥੀ ਪਸ਼ੂ ਨਾਲ ਤੁਲਨਾ ਦਿੱਤੀ। ਸਤਿਗੁਰਾਂ ਨੇ ਪੰਛੀ ਨਾਲ ਵੀ ਤੁਲਨਾ ਦਿੱਤੀ। ਜਿਵੇਂ ਅਸੀਂ ਪਾਠ ਕਰਨੇ ਆ, ਕਬੀਰ ਮਨ ਪੰਖੀ ਭਇਓ। ਉਹ ਸਾਰੀਆਂ ਬਿਰਤੀਆਂ ਨੇ ਜਿਹੜੇ ਬੰਦੇ ਪਸ਼ੂ ਬਿਰਤੀ ਵਾਲੇ ਸਨ। ਜਿਵੇਂ ਕੁੱਤੇ ਦੀ ਬਿਰਤੀ ਲਾਲਚ ਵਾਲੀ ਹੈ, ਸ਼ੇਰ ਦੀ ਬਿਰਤੀ ਹਿੰਸਿਆਰੀ ਬਿਰਤੀ ਹੈ। ਕਹਿਣ ਤੋਂ ਮੁਰਾਦ ਜਿਹੜੀਆਂ ਪਸ਼ੂ ਬਿਰਤੀਆਂ ਸਨ, ਅਗਿਆਨਤਾ ਵਾਲੀਆਂ ਬਿਰਤੀਆਂ ਸਨ, ਮੇਰੇ ਸਤਿਗੁਰੂ ਦੀ ਵਡਿਆਈ ਦੇਖੋ ਪਿਆਰਿਓ। ਪਸ਼ੂ ਬਿਰਤੀ ਵਾਲੇ ਬੰਦੇ ਵੀ ਗੁਰੂ ਦੇ ਸ਼ਬਦ ਦੇ ਸਰੋਤੇ ਬਣ ਗਏ। ਉਹਨਾਂ ਨੂੰ ਸਤਿਗੁਰੂ ਨੇ ਪਲਟ ਦਿੱਤਾ। ਪਸ਼ੂ ਪ੍ਰੇਤ, ਆ ਜਿਹੜੇ ਜਿੰਨ ਭੂਤ ਆਦਿ ਕਹਿੰਦੇ ਆ ਪ੍ਰੇਤ। ਉਂਝ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਗੁਰਮੁਖੋ, ਇਹ ਵੀ ਇੱਕ ਜੋਨ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਜਿਹੜੇ ਭਟਕੇ ਹੋਏ ਨੇ, ਉਹਨਾਂ ਅੰਦਰ ਦੇ ਭਟਕਿਆਂ ਹੋਇਆਂ ਨੂੰ ਵੀ ਗੁਰੂ ਨੇ ਸਰੋਤੇ ਬਣਾ ਦਿੱਤਾ। ਤੇ ਮੁਗਤ ਦਾ ਅਰਥ ਕਰਾਂਗੇ, ਜਿਹੜੇ ਅਤ ਦੇ ਮੂਰਖ ਨੇ, ਜਿਨ੍ਹਾਂ ਇਨਸਾਨਾਂ ਨੂੰ ਕੁਝ ਵੀ ਸਮਝ ਨਹੀਂ, ਪੂਰੇ ਗੁਰੂ ਨੇ ਕਿਰਪਾ ਕੀਤੀ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਤੇ ਮੂਰਖ ਤੋਂ ਮੂਰਖ ਬੰਦਿਆਂ ਉੱਤੇ ਵੀ ਮਿਹਰ ਕੀਤੀ ਹੈ। ਹਰ ਨਾਮਾ ਮੁਖ ਗਾਇਆ, ਜਿੱਥੇ ਉਹਨਾਂ ਨੂੰ ਸਰੋਤੇ ਬਣਾਇਆ, ਉੱਥੇ ਉਹ ਪ੍ਰਮਾਤਮਾ ਦਾ ਨਾਮ ਆਪਣੇ ਮੁਖ ਤੋਂ ਗਾਉਣ ਲੱਗ ਪਏ। ਉਹ ਪਰਮੇਸ਼ਵਰ ਦੇ ਗੀਤ ਗਾਉਂਦੇ ਹਨ। ਪੂਰੇ ਗੁਰ ਕੀ ਦੇਖ ਵਡਾਈ। ਹੁਣ ਸਤਿਗੁਰੂ ਪਹਿਲੀਆਂ ਦੋ ਤੁਕਾਂ ਕਹਿ ਕੇ, ਵੈਸੇ ਇਹਦੀ ਵਿਚਾਰ ਜੇ ਰਹਾਉ ਦੋ ਤੁਕ ਤੋਂ ਕਰਾਂਗੇ ਤੇ ਫਿਰ ਹੋਰ ਸੌਖੇ ਅਰਥ ਸਮਝ ਪੈਣਗੇ। ਮਹਾਰਾਜ ਇੱਥੇ ਬਚਨ ਕਰਦੇ ਆ ਕਿ ਪੂਰੇ ਗੁਰ ਕੀ ਦੇਖ ਵਡਾਈ। ਪੂਰੇ ਸਤਿਗੁਰਾਂ ਦੀ ਇਹ ਹੈਰਾਨ ਕਰਨ ਵਾਲੀ ਜਿਹੜੀ ਵਡਿਆਈ ਹੈ, ਵਿਸਮਾਦਿਤ ਕਰਨ ਵਾਲੀ ਜਿਹੜੀ ਵਡਿਆਈ ਹੈ, ਤਾ ਕੀ ਕੀਮਤ ਕਹਿਣ ਨਾ ਜਾਈ। ਪੂਰੇ ਸਤਿਗੁਰੂ ਦੀ ਵਡਿਆਈ ਦੇਖੋ ਬੰਦਿਆ, ਉਹਦੇ ਅਸਚਰਜ ਕੌਤਕਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਮੈਂ ਸ਼ਬਦ ਵਰਤਿਆ ਅਸਚਰਜ ਕੌਤਕ। ਉਹ ਕੰਮ ਕਰ ਦੇਣਾ ਜਿਹੜਾ ਹੈਰਾਨੀ ਵਿੱਚ ਲੈ ਜਾਏ, ਵਿਸਮਾਦ ਵਿੱਚ ਲੈ ਜਾਏ। ਵਾਹ, ਇਹ ਕੁਝ ਵੀ ਹੋ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅਖਰੀ ਅਰਥ ਇਹਨਾਂ 4 ਸਤਰਾਂ ਦੇ ਕਰਕੇ ਕਿ ਪੂਰਾ ਸਤਿਗੁਰੂ, ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹਦੀ ਵਡਿਆਈ ਵਿਸਮਾਦਿਤ ਕਰਦੀ ਹੈ। ਇੱਕ ਦੋ ਬੇਨਤੀਆਂ ਮੈਂ ਆਪ ਨੂੰ ਹੋਰ ਕਰਨੀਆਂ ਨੇ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ, ਔਰ ਇਹਦੀ ਵਿਆਖਿਆ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ। ਉਹਨਾਂ ਨੇ ਕੁਝ ਸ਼ਬਦਾਂ ਦੀ, ਕੁਝ ਤੁਕਾਂ ਦੀ, ਇੱਕ ਉਹਨਾਂ ਦਾ ਬਚਨ ਹੁੰਦਾ ਹੈ ਕਿ ਪਾਰਸ, ਚਲੋ ਉਦਾਹਰਨਾਂ ਇਹ ਨੇ ਪਿਆਰਿਓ, ਕਈ ਵਾਰੀ ਸੁਣਨ ਵਾਲਾ ਕਹਿੰਦਾ ਨਾ ਵੀ ਇਹ ਉਦਾਹਰਨ ਕੱਲ, ਇਹ ਪਰਸੋਂ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਉਦਾਹਰਨ ਉਹੀ ਰਹਿਣੀ ਹੈ ਜੇ ਆਪਣੀ ਸੁਰਤ ਟਿਕੀ ਹੋਵੇਗੀ। ਰੋਜ਼ ਰੋਜ਼ ਵੀ ਉਹਦੀ ਵਿਚਾਰ ਸਾਡੇ ਅੰਦਰ ਨੂੰ ਸੁਖ ਦੇਗੀ। ਹੁਣ ਉੱਥੇ ਭਾਈ ਸਾਹਿਬ ਜੀ ਦਾ ਇੱਕ ਬਚਨ ਹੈ, ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ, ਗੁਰ ਤੀਰਥ ਦਰਿਆਓ ਕੈ ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਮਨ ਅਪਤੀਜ ਪਤੀਣਾ। ਚਲੋ ਆਪਾਂ ਇਸ ਪੌੜੀ ਦਾ ਪਾਠ ਕਰ ਲਿਆ। ਇਹ 26ਵੀਂ ਵਾਰ ਦੀ 20ਵੀਂ ਪੌੜੀ ਹੈ ਭਾਈ ਗੁਰਦਾਸ ਸਾਹਿਬ ਜੀ ਦੀ। ਹੁਣ ਇੱਥੇ ਥੋੜੀ ਜਿਹੀ ਮੇਰੀ ਬੇਨਤੀ ਸੁਣਿਓ। ਜਿਹੜੀਆਂ ਤੁਕਾਂ ਮੈਂ ਬੋਲੀਆਂ ਨੇ, ਇਸ ਵਿੱਚ ਵੀ ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਨੇ, ਪਰ ਉਹ ਉਦਾਹਰਨਾਂ ਦਿੱਤੀਆਂ ਜਿਹੜੀਆਂ ਉਹ ਕੁਝ ਨਹੀਂ ਕਰ ਸਕਦੀਆਂ।
फिर सुनियो नहीं कर सकदियां, पर सच ये वे कि गुरु ਲਈ उदाहरण ਉਹ ਟੁਕਾ ਕੇ ਕਿਹਾ ਇਹ ਅਚਰਜ ਵਡਿਆਈ ਇਹ ਕਰ ਸਕਦਾ ਹੈ। ਸੁਣਿਓ ਇਸ ਬੇਨਤੀ ਨੂੰ। ਪਹਿਲੀ ਤੁਕ ਅਸੀਂ ਪੜੀ ਸਤਿਗੁਰ ਪਾਰਸ ਪਰਸਿਆ। ਇੱਥੇ याद रखियो पारस शब्द नहीं कला वरत्या, इत्थे सतगुर पारस वरत्या है। आम पारस जेड़ा है क्या जानता है भी लोहे नू सोना बनांदा है, पर सर चुके नू किवें करेगा? मनूर हो चुका, निकम्मा है। निकम्मा लोया सड़िया लोया नहीं। पर इत्थे भाई साहब कहंदे ने गुरु ओ पारस है कि जेड़ा सड़ चुके निकम्मे नू, पशु नू, प्रेत नू, मुगध नू, जिस बंदे दी जिंदगी विच कोई सुधरन दी आस नहीं, समर्थ सतगुरु ओ पारस है। ये निकम्मे तो निकम्मे बंदे दी जिंदगी पलट के उहदे अंदर नू शुद्ध कर दिंदा है। उदाहरण पारस दी है। मैं फिर बेनती कर दी सड़ चुके लोहे नू, निकम्मे लोहे नू। इत्थे भाई साहब ने पारस नाल सतगुरु शब्द वरते। पारस उदाहरण लई संसारी। सतगुरु पारस परसिया कंचन करे मनूर मलीना। अगला बचन सतगुरु बावन चंदनो। सतगुरु बावन चंदन कह वास सुवास करे लखीना। फिर इस बेनती नूं सुनियो। बाणी कहती है भी चंदन भी वास नहीं पलट सकता। अल्लाह सी पढ़ने बचन एक आउंदा कबीर चंदन का बिरवा पड़ा बेडियो ढाक पलास। ओए भी चंदन होए रहे बसे जो चंदन पास। पर नाल कहंदे कबीर बांस बडाई बूढ़िया इं मत डूबो कोई चंदन कै निकटै बसै बांस सुगंध ना होए। ਇਹਦਾ मतलब ये नहीं कि भाई साहब बाणी तो कुछ उल्ट कह रहे हैं। उत्थे सिर्फ चंदन क्या है। फिर बेनती सुनो चंदन कै निकटै बसै बांस सुगंध ना होए। जेड़ा बनास्पति चंदन है ओदे नेड़े वांस पैदा हो जाए ते वांस विच कदी भी चंदन सुगंधी नहीं भर सकता। पर इत्थे भाई जी कह रहे हैं सतगुरु बावन चंदनों। गुरु ओ सफेद चंदन है, उदाहरण चंदन दी है। वांस सुवास करे लाखीना। बाहर दा चंदन जेड़ा है वो वांस नू नहीं तब्दील कर सकता। पर सतगुरु गुरु नानक इन्ना समर्थ है वो वांस वर्गे थोथियां नू भी सुगंधी नाल भर दिंदा है। मैं ये कहा भी ये कौतक है गुरु दा, आश्चर्य कौतक। पारस मनूर नू सोना बनांदा पे सतगुरु पारस है। इत्थे सारे शब्द नाल सतगुरु है, कल्ला पारस नहीं। ते इकल्ला सतगुरु ने चंदन नहीं वरतिया। सतगुरु पारस परसिया कंचन करे मनूर मलीना। सतगुरु बावन चंदनो वास सुवास करे लखीना। लखां दा बना दिता। सतगुरु पूरा पार जात सिमल सफल करे संग लीना। सुनियो इस बेनती नूं। सिंबल दा रुख अफल है ना। ओए जे आवें आस कर जाए निराश कित। सिंबल दा रुख ना फुल ना फल किसे कम नहीं। पर इत्थे फिर कृपा कर दी। कहन लगे सतगुरु पार जात कह पार जात भी सिंबल नूं इकल्ला पार जात। इत्थे नाल सतगुरु शब्द कह कि पार जात सिंबल नूं नहीं तब्दील कर सकता। पर सतगुरु ओ पार जात है। प्यारिओ जेड़े सिंबल वर्गे हंकारी नकम्मे बंदे जिंदगी किसे कम नहीं आउंदे उन्हां नूं भी सतगुरु किरपा करके जीवन वाले ते गुणा वाले बना दिंदा है। वो सफल हो जाते हैं, फलदायक हो जाते हैं। मेरी बेनती नूं फिर मैं रिपीट कर लगा इस गल नूं कि उदाहरण पारस दी है, उदाहरण पार जात दी है, उदाहरण सतगुरां ने चंदन दी लई है, उदाहरण मान सरोवर दी है, उदाहरण तीरथ दी है। पर इहदे नाल मेरे दाता जी दे भाई गुरदास साहब ने इत्थे नाल सतगुरु शब्द वरत्या, गुरु शब्द वरत्या। इहदा मतलब जिहड़ियां चीज़ां लोकां च पूजनीक ने वो भी कई बारी इन्हां विच तब्दीली समर्थ नहीं। पार जाता है पर समर्थ थोड़ा है। पारस है समर्थ थोड़ा है। बामन चंदन है समर्थ थोड़ा है। मान सरोवर है समर्थ नहीं। पर कहते भाई मैं नाम पारस मान सरोवर तीर्थ लिया पर नाल सतगुरु जोड़ लिया। वो काम सतगुरु कर दिंदा जिहड़ा पारस मान सरोवर ते पार जात भी नहीं कर सकता। इहदा बरीक अर्थ ही सतगुरु पारस परसिया कंचन करे मनूर मनीना। सतगुरु बावन चंदनो वास सुवास करे लाखीना। सतगुरु पूरा पार जात सिंबल सबल करे संग लेना। मान सरोवर सतगुरु कागो हंस जलों दुध पीना। सतगुरु ओ मान सरोवर है जिहदे कोल कां चला जाए उहनूं हंस बना दिंदा है। प्यारिओ जिहड़ा कां गंदगी विच चुंझां मारदा है सतगुरु किरपा करे ते उहनूं हंस बना के दुध पीण वाली बिरती दे दिंदा है।
ਗੁਰ ਤੀਰਥ ਦਰਿਆਓ ਹੈ। ਸਤਿਗੁਰੂ ਉਹ ਦਰਿਆ ਤੀਰਥ ਹੈ। ਪਸ਼ੂ ਪ੍ਰੇਤ ਕਰੇ ਪਰਬੀਣਾ, ਪਸ਼ੂਆਂ ਨੂੰ ਪ੍ਰੇਤਾਂ ਨੂੰ ਪਰਬੀਣਾ ਦਾ ਅਰਥ ਸਿਆਣੇ ਚਤੁਰ ਸੂਝਵਾਨ ਬਣਾ ਦਿੰਦਾ ਹੈ। ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋੜ ਹੈ। ਮਿਰਤਕ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮ ਮੁਗਾਇਆ। ਗੁਰ ਪੂਰੇ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿ ਨਾ ਜਾਏ। ਮੈਂ ਇਸ ਤੁਕ ਤੇ ਬੇਨਤੀ ਕਰ ਰਿਹਾ, ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰ ਦਿੰਦਾ ਹੈ। ਜੀਵਨ ਮੁਕਤ ਕਰੇ ਓਡੀਣਾ, ਜਿਹੜੇ ਆਪਣੀ ਜ਼ਿੰਦਗੀ ਵਿੱਚ ਉਦਾਸ ਨੇ, ਸਮਰੱਥ ਸਤਿਗੁਰੂ ਉਹਨਾਂ ਉਦਾਸਿਆਂ ਹੋਇਆਂ ਬੰਦਿਆਂ ਨੂੰ ਵੀ ਮੁਕਤ ਕਰ ਦਿੰਦਾ। ਇਸੇ ਬਚਨ ਨੂੰ ਭੱਟਾਂ ਨੇ ਕਿਹਾ, ਪਿਛਲੇ ਦਿਨੀ ਅਸੀਂ ਵਾਸਿਆ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ। ਕੱਚ ਤੋਂ ਸੋਨਾ ਬਣਾ ਦਿੱਤਾ, ਕੱਚੋ ਕੰਚਨ ਭਇਓ। ਕੱਚ ਦਾ ਅਰਥ ਕਰਾਂਗੇ ਨਿਕੰਮਾ, ਝੂਠਾ, ਕਿਸੇ ਕੰਮ ਵਾਲਾ ਨਹੀਂ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਕ ਤੇ ਅੰਮ੍ਰਿਤ ਹੋਇਓ ਜ਼ਹਿਰ ਤੋਂ, ਉਹਨੂੰ ਅੰਮ੍ਰਿਤ ਨਾਲ ਭਰਪੂਰ ਕਰ ਦਿੱਤਾ। ਬਿਕ ਤੇ ਅੰਮ੍ਰਿਤ ਹੋਇਓ, ਜਦੋਂ ਉਹਨੇ ਆਪਣੇ ਕੰਨਾਂ ਨਾਲ ਸ਼ਬਦ ਗੁਰੂ ਦਾ ਸੁਣਿਆ ਹੈ। ਇਹ ਤਬਦੀਲੀ ਸਮਰੱਥ ਸਤਿਗੁਰੂ ਲਿਆਉਂਦੇ ਨੇ ਤੇ ਅਨੇਕਾਂ ਜੀਵਾਂ ਵਿੱਚ ਲਿਆਂਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪੁਰਬ ਦੇ ਸੰਬੰਧ ਵਿੱਚ ਆਪਾਂ ਇਕੱਤਰ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਮੈਂ ਆਉਣ ਵਾਲੇ ਦਿਨਾਂ 'ਚ ਆਪਾਂ ਰੋਜ਼ ਹਜ਼ੂਰ ਦੇ ਜੀਵਨ ਵਿੱਚੋਂ, ਬਾਣੀ 'ਚੋਂ ਗੱਲ ਜ਼ਰੂਰ ਕਰਾਂਗੇ। ਕਈ ਵਾਰੀ ਕਿਉਂਕਿ ਸ਼ਬਦ ਉਹ ਚੱਲਦਾ ਹੁੰਦਾ, ਪਰ ਕਰਨ ਵਿੱਚ ਰਹਿਣਾ ਪੈਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਜੀਵਨ ਕਾਲ ਵਿੱਚ ਇਤਿਹਾਸ ਆਪਾਂ ਪੜਾਂਗੇ, ਸਾਨੂੰ ਇਤਿਹਾਸ ਵਿੱਚ ਹੱਥ ਤੇ ਗਿਣਨ ਵਾਲੀਆਂ 10-12 ਸਾਖੀਆਂ ਤੋਂ ਵੱਧ ਕੁਝ ਨਹੀਂ ਮਿਲਦਾ, ਇਹ ਮੰਨੀਏ ਸੀ। ਮੈਂ ਅਰਜ਼ ਕੀਤੀ ਸੀ 21 ਸਾਲ ਦੇ ਕਰੀਬ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਰਹੇ ਨੇ, ਪਰ 21 ਸਾਲ ਦੀਆਂ ਘਟਨਾਵਾਂ ਸਾਨੂੰ ਹਿਸਟਰੀ ਵਿੱਚ, ਲੜੀਵਾਰ ਇਤਿਹਾਸ ਵਿੱਚ 21 ਸਾਲ ਪੂਰੇ ਨਹੀਂ ਮਿਲਦੇ। ਹਾਂ, ਸਾਡੇ ਕੋਲ ਬੜੀ ਵੱਡੀ ਬਖਸ਼ਿਸ਼ ਇੱਕ ਗੁਰੂ ਰਾਮਦਾਸ ਜੀ ਦੇ ਦਰਸ਼ਨ, ਇੱਕ ਤਾਂ ਇਤਿਹਾਸ ਵਿੱਚੋਂ ਨੇ, ਉਹ ਵੀ ਅਸੀਂ ਵਾਚਨੇ ਹਾਂ, ਤੇ ਦੂਸਰਾ ਧੰਨ ਗੁਰੂ ਰਾਮਦਾਸ ਜੀ ਦੇ ਸਰੂਪ ਦੇ ਦਰਸ਼ਨ, ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਦਰਸ਼ਨ, ਗੁਰੂ ਰਾਮਦਾਸ ਜੀ ਦੇ ਹਿਰਦੇ ਦੇ ਦਰਸ਼ਨ, ਗੁਰੂ ਰਾਮਦਾਸ ਜੀ ਦੀਆਂ ਬਖਸ਼ਾਂ ਦੇ ਦਰਸ਼ਨ। ਇੱਕ ਤਾਂ ਗੁਰੂ ਕੇ ਰਬਾਬੀ ਸੱਤਾ ਬਲਵੰਡ ਜੀ, ਦੂਸਰੇ ਭੱਟ ਸਾਹਿਬਾਨ ਜੀ, ਜਿਹੜੇ 60 ਸਵਈਆਂ ਵਿੱਚ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਿਫਤੋ ਸਲਾਹ ਕਰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਕੈਸੇ ਨੇ, ਉਹ ਕਿਸ ਤਰ੍ਹਾਂ ਨੇ। ਤੇ ਦੂਸਰਾ ਸਾਡੇ ਕੋਲ ਭਾਈ ਗੁਰਦਾਸ ਸਾਹਿਬ ਜੀ, ਭਾਈ ਨੰਦ ਲਾਲ ਜੀ। ਉਸ ਤੋਂ ਬਾਅਦ ਇਤਿਹਾਸ ਵਿੱਚ ਹੈ। ਮੈਂ ਅੱਜ ਕਥਾ ਵਿੱਚ ਆਰੰਭਤਾ ਵਿੱਚ ਇੱਕ ਮੰਗਲ ਕੀਤਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਬਾਰੇ ਇੱਕ ਤਾਂ ਭੱਟ ਜੋ ਕਹਿੰਦੇ ਆ ਉਹ, ਤੇ ਮੇਰਾ ਖਿਆਲ ਦੂਸਰਾ ਜੋ ਗੁਰੂ ਰਾਮਦਾਸ ਆਪਣੇ ਬਾਰੇ ਕਹਿਣਗੇ, ਤੇ ਮੈਂ ਯਤਨ ਕਰਨਾ ਥੋੜਾ ਜਿਹਾ ਬਾਣੀ ਵਿੱਚ ਰਹਿ ਕੇ ਬੇਨਤੀ ਕਰਾਂ। ਗੁਰੂ ਰਾਮਦਾਸ ਜੋ ਕਹਿਣਗੇ ਮੈਂ ਐਸਾ ਹਾਂ, ਤੇ ਸਾਨੂੰ ਉਸ ਬਚਨ ਨੂੰ ਸੱਤ ਕਰਕੇ ਮੰਨੀਏ। ਹੁਣੇ ਅਸੀਂ ਇੱਕ ਬਚਨ ਪੜਿਆ ਸੀ, ਹਰ ਨਾਮ ਰਸਿਕ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਮ ਦੇ ਰਸੀਏ ਨੇ। ਉਹ ਨਾਮ ਦੇ ਰਸ ਵਿੱਚ ਦਿਨ ਰਾਤ ਟਿਕੇ ਰਹਿੰਦੇ ਨੇ। ਗੋਬਿੰਦ ਗੁਣ ਗਾਹਕ, ਉਹ ਗੋਬਿੰਦ ਦੇ ਪਰਮਾਤਮਾ ਦੇ ਗੁਣਾਂ ਦੇ ਗ੍ਰਾਹਕ ਨੇ, ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੇ ਗਾਹਕ ਨੇ। ਚਾਹਕ ਤਤ, ਉਹ ਤਤ ਵਸਤੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਾਹਤੇ ਨੇ, ਉਹ ਉਹਨਾਂ ਨੂੰ ਚਾਹਣ ਵਾਲੇ ਨੇ, ਤੇ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਦਵੈਸ਼ ਨਹੀਂ, ਬਿਲਕੁਲ ਦਵੈਸ਼ ਨਹੀਂ ਗੁਰੂ ਰਾਮਦਾਸ ਦੇ ਅੰਦਰ। ਉਂਝ ਮੈਂ ਕੱਲ ਵੀ ਕਿਹਾ ਸੀ, ਗੁਰੂ ਵਿੱਚ ਤਾਂ ਦਵੈਸ਼ ਹੁੰਦੀ ਹੀ ਨਹੀਂ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ। ਅਸਾਂ ਪੜ੍ਹ ਦਿੱਤਾ ਸ਼ਬਦ, ਤੁਕਾਂ ਪੜੀਆਂ ਭੱਟ ਸਾਹਿਬਾਨ ਦੀਆਂ। ਪਹਿਲੀ ਬੇਨਤੀ, ਗੁਰੂ ਰਾਮਦਾਸ ਨਾਮ ਦੇ ਰਸੀਏ ਨੇ। ਨਾਮ ਰਸ ਦਾ ਜ਼ਿਕਰ ਬੜੀ ਵਾਰੀ ਗੁਰੂ ਰਾਮਦਾਸ ਕਰਦੇ ਆ। ਨਾਮ ਰਸਕ, ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਗ੍ਰਾਹਕ। ਕਿੰਨੇ ਕੁ ਨਾਮ ਦੇ ਰਸੀਏ ਨੇ, ਕਿੰਨੇ ਕੁ ਨਾਮ ਵਿੱਚ ਭਿੱਜੇ ਨੇ,
ਕਿੰਨੇ ਕੁ ਗੁਰੂ ਰਾਮਦਾਸ ਜੀ ਦਾ ਧੁਰ ਅੰਦਰ ਨਾਮ ਵਿੱਚ ਓਤ ਪੋਤ ਹੈ। ਜੇ ਉਹਨਾਂ ਨੂੰ ਆਪਾਂ ਪੁੱਛ ਲਈਏ ਸੱਚੇ ਪਾਤਸ਼ਾਹ ਅਸੀਂ ਅਲਪ ਮਤ ਹਾਂ। ਭੱਟ ਸਾਹਿਬ ਕਹਿੰਦੇ ਨੇ ਆਪ ਨਾਮ ਦੇ ਰਸੀਏ। ਭੱਟ ਸਾਹਿਬ ਕਹਿੰਦੇ ਨੇ ਆਪ ਗੁਣਾਂ ਦੇ ਗਾਹਕ। ਭੱਟ ਸਾਹਿਬ ਕਹਿੰਦੇ ਨੇ ਆਪ ਤਤ ਵਸਤੂ ਦੇ ਗਿਆਤੇ ਚਾਹਕ। ਭੱਟ ਸਾਹਿਬ ਕਹਿੰਦੇ ਨੇ ਆਪ ਸਮਦ੍ਰਿਸ਼ਟੀ ਵਾਲੇ। ਭੱਟ ਸਾਹਿਬ ਕਹਿੰਦੇ ਨੇ ਕਿ ਇਨਸਾਨੋਂ ਜਗਤ ਦੇ ਲੋਕੋ ਗੁਰੂ ਰਾਮਦਾਸ ਖਾਲੀਆਂ ਨੂੰ ਭਰਨ ਵਾਲਾ ਹੈ, ਅਭਰ ਭਰਦਾ ਹੈ। ਤੇ ਗੁਰੂ ਰਾਮਦਾਸ ਜੀ ਤੋਂ ਪੁੱਛੀਏ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਤਿਹਾਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀ ਨੇਤਰ ਹਮੇਸ਼ਾ ਹੀ ਭਿੱਜੇ ਰਹਿੰਦੇ ਸਨ। ਗੁਰੂ ਰਾਮਦਾਸ ਜੀ ਦੇ ਨੇਤਰ ਪਲਕਾਂ ਜਿਹੜੀਆਂ ਨੇ ਉਹ ਭਿੱਜੀਆਂ ਰਹਿੰਦੀਆਂ ਸਨ। ਇਤਿਹਾਸਕਾਰ ਕਹਿੰਦੇ ਨੇ ਉਹ ਨੇਤਰ ਜਿਹੜੇ ਨੇ ਜਲ ਨਾਲ ਪੂਰਤ ਰਹਿੰਦੇ ਸਨ। ਜਲ ਸ਼ਬਦ ਵਰਤਦੇ ਆ, ਪਰ ਗੁਰੂ ਰਾਮਦਾਸ ਜੀ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਅਸਲ 'ਚ ਇਹ ਜਲ ਨਹੀਂ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਕਿ ਅੰਦਰ ਜਿਹੜਾ ਉਹ ਨਾਮ ਵਿੱਚ ਇੰਨਾ ਕੁ ਭਿਉਂ ਦਿੱਤਾ, ਇੰਨਾ ਕੁ ਰੰਗ ਦਿੱਤਾ, ਮਨ ਇੰਨਾ ਕੁ ਨਾਮ ਵਿੱਚ ਭਿੱਜ ਚੁੱਕਾ ਹੈ ਕਿ ਸਾਡੀਆਂ ਨੇਤਰਾਂ ਵਿੱਚੋਂ ਜਿਹੜਾ ਨੀਰ ਨਿਕਲਦਾ, ਜਾਂ ਨੀਰ ਸ਼ਬਦ ਵਰਤਨੇ ਆ, ਇਹ ਅਸਲ 'ਚ ਨੀਰ ਨਹੀਂ, ਇਹ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ ਤੇ ਉਹਦੇ ਵੀ ਸਾਡੇ ਨੇਤਰ ਭਿੱਜੇ ਆ। ਦੇਖੋ ਉਹ ਨਾਮ ਰਸਿਕ। ਅਸੀਂ ਇਹ ਬਚਨ ਰੋਜ਼ ਪੜ੍ਹਦੇ ਸੁਣਿਆ, ਹਰ ਅੰਮ੍ਰਿਤ ਭਿੰਨੇ ਲੋਇਣਾ। ਤੇ ਮੈਂ ਤਾਂ ਇਹ ਅੱਜ ਪਵਿੱਤਰ ਬਚਨ ਚੁਣਿਆ, ਸਾਖੀ ਵੀ ਜ਼ਰੂਰ ਕਰਾਂਗਾ, ਪਰ ਮੇਰੀ ਬੇਨਤੀ ਹੈ ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਦੇਖੀਏ ਉਹਨਾਂ ਦਾ ਅੰਦਰ। ਤੇ ਅੱਜ ਮੈਂ ਅਰਜ਼ ਕਰਨੀ ਹੈ, ਜਿੰਨੀ ਨਿਰਮਾਣਤਾ, ਜਿੰਨੀ ਨਿਮਰਤਾ, ਜਿੰਨੀ ਗਰੀਬੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੰਦਰ ਹੈ। ਪਿਆਰਿਓ, ਬਾਣੀ ਉਹਨਾਂ ਦੀ ਪੜ੍ਹਦੇ ਆ, ਸ਼ਬਦ ਪੜ੍ਹਦੇ ਆ, ਹਿਰਦਾ ਦਰਵੀ ਭੂਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਤੇਰੇ ਵਰਗੀ ਨਿਰਮਾਣਤਾ ਕਿੱਥੇ ਮਿਲੇਗੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨੋ ਤਨੋ। ਮੇਰਾ ਸ਼ਬਦ ਵਰਤਿਆ, ਦੂਜੇ ਦਾ ਨਹੀਂ। ਇਹ ਅਨਪੁਰਖ ਨੂੰ ਨਹੀਂ ਕਿਹਾ, ਆਪਣੇ ਆਪ ਨੂੰ ਕਹਿ ਰਿਹਾ। ਤੇ ਇਸ ਸ਼ਬਦ ਵਿੱਚ, ਇਸ ਪਵਿੱਤਰ ਸ਼ੰਤ ਦੇ ਅੰਦਰ ਪਹਿਲੇ ਇਸ ਬਚਨ ਵਿੱਚ ਹਰ ਅੰਮ੍ਰਿਤ ਭਿੰਨੇ ਲੋਇਣਾ। ਗੁਰੂ ਰਾਮਦਾਸ ਕਹਿੰਦੇ ਸਾਡੀਆਂ ਅੱਖਾਂ ਜਿਹੜੀਆਂ ਨੇ, ਲੋਇਣ ਜਿਹੜੇ ਨੇ, ਨੇਤਰ ਜਿਹੜੇ ਨੇ, ਉਹ ਨਾਮ 'ਚ ਭਿੱਜੇ ਹੋਏ ਆ। ਵਾਹਿਗੁਰੂ ਜੀ, ਸਾਡੇ ਇੱਕ ਗੁਰਮੁਖ ਟੀਕਾਕਾਰ ਨੇ ਜਦੋਂ ਇਹਦਾ ਟੀਕਾ ਕੀਤਾ, ਥੋੜੀ ਜਿਹੀ ਦੀ ਵਿਆਖਿਆ ਲਿਖੀ। ਕਹਿੰਦੇ ਨੇ ਨਾਮ ਵਿੱਚ ਨੇਤਰ ਭਿੱਜ ਜਾਣੇ, ਨਾਮ ਵਿੱਚ ਹਿਰਦਾ ਸ਼ੁੱਧ ਹੋ ਜਾਣਾ, ਅੰਦਰ ਦਾ ਚੋਲਾ ਨਾਮ ਵਿੱਚ ਰੰਗੇ ਜਾਣਾ, ਹਲਕੇ ਫੁਲਕੇ ਹੋ ਜਾਣਾ, ਤੇ ਸਰੀਰ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪੈਣੀ, ਵਾਸ਼ਨਾ ਦੀ ਮਲੀਨਤਾ ਤੋਂ ਮੁਕਤ ਹੋ ਜਾਣਾ। ਤੇ ਅਖੀਰ ਤੇ ਉਹਨਾਂ ਕਿਹਾ ਵੀ ਚੇਤੇ ਰੱਖਿਓ, ਇਹ ਸਿਰਫ ਉਹ ਜਾਣੇਗਾ ਜਿਹੜਾ ਨਾਮ ਦਾ ਰਸੀਆ ਹੋਵੇਗਾ। ਦੂਜਾ ਸਿਰਫ ਕਵਿਤਾ ਦੀ ਚਮਤਕਾਰੀ ਦੇਖ ਕੇ ਕਹੇਗਾ ਕਿਆ ਕਮਾਲ ਦੀ ਉਡਾਰੀ। ਉਹ ਕਹਿੰਦੇ ਨੇ ਇਹ ਖਿਆਲੀ ਉਡਾਰੀ ਨਹੀਂ, ਇਹ ਬੁੱਧੀ ਦੇ ਤਲ ਤੇ ਉਡਾਰੀ ਨਹੀਂ। ਗੁਰੂ ਰਾਮਦਾਸ ਕਹਿੰਦੇ ਨੇ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ। ਸਾਡੇ ਜਿਹੜੇ ਨੇਤਰ ਨੇ ਉਹ ਨਾਮ ਵਿੱਚ ਭਿੱਜੇ ਨੇ। ਗੁਰੂ ਸਾਹਿਬ ਦਾ ਬਚਨ, ਗੁਰੂ ਨਾਨਕ ਸਾਹਿਬ ਦਾ, ਕਹਿੰਦੇ ਨੇ ਪਿਆਰਿਓ, ਜਿਸ ਦੇ ਅੰਦਰ ਨਾਮ ਦਾ ਹੀਰਾ ਟਿਕ ਗਿਆ ਨਾ, ਉਹਦੀਆਂ ਅੱਖਾਂ ਜਿਹੜੀਆਂ ਨੇ, ਉਹਦੇ ਨੇਤਰ ਜਿਹੜੇ ਨੇ, ਸੱਚੀ ਮੁੱਚੀ ਉਹਨਾਂ ਵਿੱਚ ਨਾਮ ਦੀ ਖੁਮਾਰੀ ਰਹਿੰਦੀ ਹੈ। ਕਿਉਂ ਜੀ? ਕਹਿਣ ਲੱਗੇ ਰੱਬ ਦੀਆਂ ਅੱਖਾਂ ਵਿੱਚ ਜਿਸ ਦੀਆਂ ਅੱਖਾਂ ਮਿਲ ਜਾਣ, ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝਕੋਲਿਆ ਕੀਮਤ ਕਹੀ ਨਾ ਜਾਏ। ਗੁਰੂ ਨਾਨਕ ਸਾਹਿਬ ਵਚਨ ਕਰਦੇ ਆ ਕਿ ਲੋਇਣ ਰੱਤੇ ਲੋਇਣੀ, ਜਿਹਦੇ ਨੇਤਰ, ਜਿਹਦੀਆਂ ਅੱਖਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਨੇਤਰਾਂ ਨਾਲ ਭਿੱਜ ਗਈਆਂ, ਜਿਹਦੇ ਕੰਨਾਂ ਵਿੱਚ ਸ਼ਬਦ ਦੀ ਨਾਦ, ਸ਼ਬਦ ਦੀ ਧੁਨੀ ਸੁਣਾਈ ਦਿੰਦੀ, ਤੇ ਜਿਹਦੀ ਜੀਵ ਇਸ ਤਰ੍ਹਾਂ ਨਾਮ ਨੂੰ ਬੁੱਲ ਬੰਦ ਕਰਕੇ ਨਾਮ ਨੂੰ ਚੁੰਘਦੀ ਏ, ਨਾਮ ਨੂੰ ਚੂਸਦੀ ਹੈ। ਜਿਹਦਾ ਅੰਦਰ ਨਾਮ ਚ ਰੱਤਾ ਗਿਆ, ਉਹਦੇ ਅੰਦਰ ਦੀ ਸੁਗੰਧੀ ਨੂੰ ਕੇਵਲ ਉਹੀ ਜਾਣਦਾ ਹੈ। ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝਕੋਲਿਆ ਕੀਮਤ ਕਹੀ ਨਾ ਜਾਏ। ਪਿਆਰਿਓ, ਜਿਹਨੂੰ ਗੁਰੂ ਜੀ ਕਹਿੰਦੇ ਆ ਕੁੰਗੂ ਕੀ ਕਾਇਆ, ਆਹ ਹੈ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਆ
ਤਾਂ ਮੈਂ ਬੇਨਤੀ ਕੀਤੀ ਵੀ ਉਹ ਨਾਮ ਰਸੀਏ ਨਾਮ ਰਸਕ ਨੇ, ਤੇ ਇਸ ਦਰ ਦੇ ਉੱਤੇ ਨਾਮ ਦੀ ਝੜੀ ਲੱਗਦੀ ਹੈ, ਇਸ ਦਰ ਦੇ ਉੱਤੇ ਨਾਮ ਦੀਆਂ ਬਖਸ਼ਾਂ ਵਰਦੀਆਂ ਨੇ, ਤੇ ਜਿਹੜੇ ਝੋਲੀਆਂ ਅੱਡ ਕੇ ਆਉਂਦੇ ਨੇ ਝੋਲੀ ਭਰੀ ਵੀ ਜਾਂਦੀ ਹੈ। ਪਰ ਇਹ ਵੀ ਸਪਸ਼ਟ ਇੱਕ ਹੋਰ ਗੱਲ ਕਰਦੇ ਆ, ਕਈ ਵਾਰੀ ਚਲੋ ਖਿਆਲ ਉਦੋਂ ਨਹੀਂ ਲਿਜਾਣਾ, ਖਿੰਡਾ ਬਣੇਗਾ ਇਸ ਸੱਚੇ ਦਰਬਾਰ ਦੇ ਸੰਬੰਧ ਵਿੱਚ, ਇਸ ਸੱਚੀ ਸਰਕਾਰ ਦੀ ਪਾਤਸ਼ਾਹੀ ਬਾਰੇ। ਕੱਲ ਨੂੰ ਮੈਂ ਅਰਜ਼ ਕਰਾਂਗਾ ਬੈਠਾ ਸੋਢੀ ਪਾਤਸ਼ਾਹ ਕੀ ਹੈ, ਗੁਰੂ ਰਾਮਦਾਸ ਮੇਹਰ ਕਰਨ। ਕਈ ਤਰ੍ਹਾਂ ਦੇ ਖਿਆਲ, ਕਈ ਤਰ੍ਹਾਂ ਦੇ ਫੁਰ ਨੇ। ਇਹ ਕਿਉਂ ਜੀ ਦਰਬਾਰ ਸਾਹਿਬ, ਇਹ ਕਿਉਂ ਜੀ ਸਰੋਵਰ, ਇਸ ਤਰ੍ਹਾਂ ਕਿਉਂ ਜੀ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਪਿਆਰਿਓ, ਇਹ ਬੰਦਾ ਭਾਵਨਾ ਦਾ ਭਾਂਡਾ ਘਰੋਂ ਲੈ ਕੇ ਤੁਰੇ, ਜੇ ਭਾਂਡਾ ਹੀ ਕੋਈ ਨਹੀਂ ਸਾਡੇ ਪੱਲੇ ਪੈਣਾ ਕੀ ਹੈ। ਦਰਿਆ ਭਰ ਕੇ ਵਗਦਾ, ਦੇਖੋ ਆਪਾਂ ਸਰੋਵਰ ਤੇ ਆਉਂਦੇ ਆ, ਮੱਥਾ ਟੇਕ ਕੇ ਆਪ ਜੀ ਖਾਰਕੀ ਪੌੜੀ ਤੋਂ ਚੁਲਾ ਲੈਂਦੇ ਹੋ। ਚੁਲਾ ਕਿਸ ਤਰ੍ਹਾਂ ਲੈਂਦੇ ਆ, ਜਾਂ ਸਰੋਵਰ ਤੋਂ ਚੁਲਾ ਕਿਵੇਂ ਲੈਂਦੇ ਆ। ਜੇ ਮੰਨ ਲਓ ਇੱਕ ਬੰਦਾ ਸਰੋਵਰ ਦੇ ਕੰਢੇ ਤੇ 8 ਪੈਰ ਖਲੋਤਾ ਰਹੇ, ਉਹਦੇ ਮੂੰਹ ਵਿੱਚ ਅੰਮ੍ਰਿਤ ਸਰੋਵਰ ਦਾ ਇਹ ਜਲ ਜਾਏਗਾ। ਇੱਥੋਂ ਹੀ ਕੋਈ ਸਿੱਖੇ ਮਨਾ। ਸਰੋਵਰ ਭਰਿਆ ਪਿਆ, ਨਕਾਨਕ ਭਰਿਆ ਸਰੋਵਰ, ਕਿਨਾਰੇ ਤੇ ਖਲੋ ਕੇ ਨਹੀਂ। ਜੇ ਤੂੰ ਚੁਲਾ ਲੈਣਾ ਚਾਹਨਾ, ਉਹ ਭਰਿਆ ਤਾਂ ਹੈ, ਪਰ ਥੋੜਾ ਜਿਹਾ ਆਪਣੀ ਕਮਰ ਨੂੰ ਝੁਕਾਉਣ ਦੀ ਜਾਚ ਸਿੱਖ ਲੈ। ਕਮਰ ਨੂੰ ਝੁਕਾ ਕੇ ਜਦੋਂ ਹੱਥ ਨੂੰ ਪਾਤਰ ਬਣਾਏਗਾ, ਚੇਤੇ ਰੱਖੀ ਚੁਲੀ ਬਣਾ ਕੇ ਮੁੱਖ ਵਿੱਚ ਜਲ ਜਾਂਦਾ ਹੁੰਦਾ ਹੈ। ਝੁਕਣ ਤੋਂ ਬਿਨਾਂ ਅੰਦਰ ਜਾਏਗਾ ਜੀ। ਸਾਰੇ ਸਵੇਰੇ ਜਦੋਂ ਅੱਜ ਵੀ ਦਾਸ ਜਦੋਂ ਉੱਥੇ ਦੇਖਿਆ, ਮਨ ਚ ਆਇਆ ਕਿੱਡੀ ਵੱਡੀ ਬਖਸ਼ਿਸ਼ ਗੁਰੂ ਜੀ ਕੀਤੀ ਕਿ ਭਰਿਆ ਪਿਆ ਤੇਰੇ ਪੈਰਾਂ ਦੇ ਕੋਲ ਨਕਾਨਕ ਹੈ। ਪਰ ਇੱਕ ਕੰਮ ਕਰ, ਥੋੜਾ ਜਿਹਾ ਤੂੰ ਧੁੱਕਦੇ ਜਾ, ਤੂੰ ਝੁਕ ਕੇ ਚੁਲਾ ਬਣਾ, ਤੈਨੂੰ ਇਹਦਾ ਸਵਾਦ ਆਏਗਾ। ਪਿਆਰਿਓ, ਇਸ ਦਰਬਾਰ ਦੇ ਵਿੱਚ ਇਹ ਵੀ ਇੱਕ ਬੜੀ ਵੱਡੀ ਮਰਿਆਦਾ ਕਹਿ ਲੋ ਜਾਂ ਜੀਵਨ ਜਾਂਚ ਕਹਿ ਲੋ। ਇੱਥੇ ਰਹਿਮਤ ਵਰਦੀ ਹੈ, ਪਰ ਥੋੜਾ ਜਿਹਾ ਮਨ ਦੀ ਕਮਰ ਤੈਨੂੰ ਵੀ ਝੁਕਾਣੀ ਪੈਣੀ ਹੈ। ਜੇ ਖੌਮੇ ਚ ਹੀ ਖਲੋਤਾ ਰਹੇ, ਇਹ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ ਪਿਆਰਿਓ, ਜੇ ਕਮਰ ਝੁਕੇਗੀ ਚੁਲੀ ਬਣਦੀ ਹੈ, ਮੁੱਖ ਵਿੱਚ ਜਲ ਪੈਂਦਾ ਹੈ। ਜਦੋਂ ਅੰਦਰ ਵਾਲੀ ਕਮਰ ਝੁਕਦੀ ਹੈ ਤੇ ਗੁਰੂ ਰਾਮਦਾਸ ਦੇ ਦਰ ਤੋਂ ਨਾਮ ਅੰਮ੍ਰਿਤ ਦਾ ਜਲ ਹਿਰਦੇ ਵਿੱਚ ਪੈਂਦਾ ਹੈ। ਸਤਿਗੁਰਾਂ ਨੇ ਸ਼ਬਦ ਵਰਤੇ, ਮੈਂ ਫਿਰ ਉਸ ਬੇਨਤੀ ਤੇ ਆਉਣ ਲੱਗਾ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ, ਕਹਿੰਦੇ ਨੇ ਨਾਮ ਅੰਮ੍ਰਿਤ ਚ ਸਾਡੀਆਂ ਅੱਖਾਂ ਭਿੱਜੀਆਂ ਨੇ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਆ, ਇਹਨਾਂ ਬਚਨਾਂ ਦੀ ਚਲੋ ਕਥਾ ਵਿਚਾਰ ਆਪਾਂ ਘਰ ਵੀ ਕੀਤੀ। ਗੁਰੂ ਸਾਹਿਬ ਦੇ ਛੰਤਾਂ ਦੀ ਜਦੋਂ ਲੋਕਡਾਊਨ ਸੀ, ਉਸ ਵਿੱਚ ਤਾਂ ਸਤਿਗੁਰੂ ਇੱਥੋਂ ਤੱਕ ਕਹਿੰਦੇ ਆ ਕਿ ਜਿਹੜਾ ਸਤਿਗੁਰੂ ਜੀ ਨੇ ਨਾ, ਉਹਨਾਂ ਦੇ ਪਵਿੱਤਰ ਸਰੀਰ ਵਿੱਚੋਂ ਅੰਮ੍ਰਿਤ ਦੀਆਂ ਫੁਹਾਰਾਂ ਨਿਕਲਦੀਆਂ ਨੇ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਸੁਣੋ ਇਸ ਤੁਕ ਨੂੰ, ਮੈਂ ਫਿਰ ਉਸੇ ਵਿਸ਼ੇ ਤੇ ਆਵਾਂਗਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਗੁਰੂ ਰਾਮਦਾਸ ਦਾ ਆਪਾ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਗੁਰੂ ਦਾ ਸਰੀਰ ਅੰਮ੍ਰਿਤ ਨਾਲ ਭਿੱਜਾ ਹੈ, ਗੁਰੂ ਅੰਮ੍ਰਿਤ ਸਿੰਜਦਾ ਹੈ। ਪਰ ਅਗਲੀ ਨਾਲ ਤੋਂ ਕਹੀ ਵੀ ਭਾਈ, ਉਹ ਫੁਹਾਰਾਂ ਜਿਹੜੀਆਂ ਗੁਰੂ ਦੇ ਸਰੀਰ ਵਿੱਚੋਂ ਫੁਹਾਰ ਨਿਕਲਦੀ ਏ, ਇਹ ਉਹੀ ਸ਼ਕਦਾ ਜਿਹੜਾ ਗੁਰੂ ਕੀ ਬਾਣੀ ਨੂੰ ਜਾਣਦਾ ਹੈ, ਜਿਹੜਾ ਬਾਣੀ ਪੜ੍ਹਦਾ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਨ੍ਹਾਂ ਗੁਰਬਾਣੀ ਮਨ ਭਾਈਆ, ਅੰਮ੍ਰਿਤ ਛਕ ਛਕੇ। ਇੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸਵਰੂਪ ਦੇ ਦਰਸ਼ਨ ਨੇ ਜੀ। ਮੈਂ ਸਵਰੂਪ ਸ਼ਬਦ ਕਿਉਂ ਵਰਤਿਆ? ਜੇ ਸੱਚ ਪੁੱਛੋ ਨਾ, ਅਸਲੀ ਤਸਵੀਰ ਠੀਕ ਹੈ, ਬਾਹਰ ਚਿੱਤਰਕਾਰ ਆਪਣੇ ਢੰਗ ਨਾਲ ਬਣਾ ਲਿਆ। ਜੇ ਗੁਰੂ ਰਾਮਦਾਸ ਦੇ ਪਵਿੱਤਰ ਮੁਖ ਦੇ ਭਾਅ ਬਣਾ ਕੇ ਦਰਸ਼ਨ ਕਰਨੇ ਨੇ, ਸੁਣਿਓ ਇਸ ਗੱਲ ਨੂੰ, ਭਾਅ ਬਣਾ ਕੇ, ਸਾਹਮਣੇ ਤਸਵੀਰ ਨਹੀਂ, ਭਾਅ ਬਣਾ ਕੇ ਦਰਸ਼ਨ ਕਰਨੇ ਨੇ। ਸੱਚ ਇਹ ਵੇ ਕਿ ਗੁਰੂ ਰਾਮਦਾਸ ਦੀ ਮੁਕੰਮਲ ਜੀਵਨ ਦੀ ਤਸਵੀਰ ਜਿਹੜੀ ਸ਼ੰਤ ਦੇ ਸੇ ਪਹਿਲੇ ਪਦੇ ਦੇ ਵਿੱਚ ਹੀ ਹੈ। ਮਹਾਰਾਜ ਕਹਿੰਦੇ ਨੇ ਖਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਪ੍ਰੇਮ ਰਤਨਾ, ਰਤਨਾ ਦਰ ਤੇ ਰਤਿਆ ਗਿਆ। ਸਾਡੇ ਨੇਤਰ ਜਿਹੜੇ ਨੇ ਉਹ ਅੰਮ੍ਰਿਤ ਜਲ ਨਾਲ ਭਿੱਜੇ ਨੇ। ਤੇ ਮਹਾਰਾਜ ਕਹਿੰਦੇ ਨੇ ਐਵੇਂ ਨਾ ਸਮਝਿਓ ਇਹ ਪਾਣੀ ਨਹੀਂ। ਤੇ ਮਹਾਰਾਜ ਕਹਿੰਦੇ ਨੇ ਸਾਡਾ ਅੰਦਰ ਪਿਆਰੇ ਮਹਿਬੂਬ ਦੇ ਪ੍ਰੇਮ ਦੇ ਵਿੱਚ ਰਤਨਾ ਰਤਿਆ ਗਿਆ, ਉਹਦੇ ਵਿੱਚ ਰੰਗਿਆ ਗਿਆ ਹੈ। ਉਸ ਵਿੱਚੋਂ ਰੰਗ ਕੇ ਨੇਤਰਾਂ ਵਿੱਚੋਂ ਨੀਰ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ।
ਸੋਹਣੇ ਰਾਮ ਨੇ, ਸੋਹਣੇ ਪ੍ਰਭੂ ਨੇ ਸਾਡੇ ਮਨ ਨੂੰ ਕਸੌਟੀ ਤੇ ਲਾਇਆ। ਕੰਚਨ ਸੋਵਿਨਾ, ਸੋਨੇ ਦਾ ਕੰਮ ਕਰਨ ਵਾਲੇ ਨੂੰ ਪਤਾ ਹੈ ਕਸੌਟੀ ਤੇ ਲਾ ਕੇ ਪਰਖਿਆ ਜਾਂਦਾ ਸੋਨਾ। ਕਹਿੰਦੇ ਨੇ ਇਹਨਾਂ ਅੰਦਰ ਹਿਰਦਾ ਮਨ ਬਿਲਕੁਲ ਸ਼ੁੱਧ ਹੈ। ਵਾਹਿਗੁਰੂ ਸਤਿਗੁਰੂ ਆਪਣੇ ਜੀਵਨ ਦੀ ਇੱਥੇ ਗੱਲ ਕਰ ਰਿਹਾ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ, ਗੁਰਮੁਖ ਰੰਗ ਚਲੂਲਿਆ ਮੇਰੋ ਮਨ ਤਨੋ ਭਿੰਨਾ। ਕਹਿੰਦੇ ਨੇ ਅੰਦਰ ਗੁਰੂ ਦੀ ਕਿਰਪਾ ਨਾਲ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਦੋ ਸ਼ਬਦ ਵਰਤੇ ਆ, ਇਕੱਲਾ ਮਨ ਨਹੀਂ ਭਿੱਜਾ, ਸਤਿਗੁਰੂ ਕਹਿੰਦੇ ਨੇ ਸਾਡਾ ਤਨ ਵੀ ਭਿੱਜ ਗਿਆ ਹੈ। ਜੇ ਤਨ ਭਿੱਜਾ ਹੈ ਤਾਂ ਨੇਤਰ ਭਿੱਜੇ ਨੇ ਨਾ। ਗੁਰਮੁਖ ਰੰਗ ਚਲੂਲਿਆ, ਚਲੂਲਿਆ ਦਰ ਝਕੋਲਿਆ, ਜਾਂ ਇਉਂ ਕਹਿ ਲੋ ਪੂਰੀ ਤਰ੍ਹਾਂ ਰੰਗ ਦਿੱਤਾ ਮੇਰੇ ਸਤਿਗੁਰਾਂ ਨੇ। ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋਂ ਭਿੰਨਾ, ਜਨ ਨਾਨਕ ਮੁਸ਼ਕ ਝਕੋਲਿਆ। ਸਮੇਂ ਝਕੋਲਣਾ ਮਹਾਰਾਜ ਕਹਿੰਦੇ ਨੇ ਨਾਮ ਦੀ ਸੁਗੰਧੀ ਵੀ ਸਾਡਾ ਅੰਦਰ ਪੂਰਨ ਤੌਰ ਤੇ ਡੋਬ ਦਿੱਤਾ। ਸਭ ਜਨਮ ਧਨ ਧੰਨਾ, ਮਹਾਰਾਜ ਕਹਿੰਦੇ ਆ ਸਾਡਾ ਜਨਮ ਧਨਤਾ ਜੋਗ ਹੋ ਗਿਆ। ਅਸੀਂ ਖੁਸ਼ਕਿਸਮਤਾਂ ਵੱਡੇ ਭਾਗਾਂ ਵਾਲੇ ਹਾਂ, ਸਾਡਾ ਜਨਮ ਧਨਤਾ ਜੋਗ। ਪਰਮਾਤਮਾ ਨੇ ਗੁਰੂ ਨੇ ਮਿਹਰ ਕਰਕੇ ਸਾਡੇ ਅੰਦਰ ਨਾਮ ਦਾ ਖਜ਼ਾਨਾ ਟਿਕਾ ਦਿੱਤਾ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਜਿੱਥੇ ਨਾਮ ਰਸਕ ਨੇ। ਮੈਂ ਅਗਲੀ ਇੱਕ ਬੇਨਤੀ ਕੀਤੀ ਜੀ, ਉਹ ਗੁਣਾਂ ਦੇ ਗ੍ਰਾਹਕ ਵੀ ਨੇ। ਤੇ ਜਦੋਂ ਨਾਮ ਰਸ ਦੀ ਗੱਲ ਚੱਲਦੀ ਹੈ ਨਾ, ਵਾਹਿਗੁਰੂ ਮਿਹਰ ਕਰੇ ਕੋਈ ਵੀ ਚੀਜ਼ ਬੰਦਾ ਦੁਨੀਆ 'ਚ ਵਰਤਦਾ ਤਕਰੀਬਨ ਉਹਦਾ ਸੰਬੰਧ ਰਸ ਨਾਲ ਹੀ ਹੁੰਦਾ ਹੈ। ਰਸ ਕਰਕੇ ਉਹਦੇ ਨੇੜੇ ਲੱਗਦਾ ਹੈ। ਮਹਾਰਾਜ ਬਚਨ ਕਰਦੇ ਆ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਦ ਬਿਦ ਮਿਲਿਆ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ। ਇਹ ਵੀ ਗੁਰੂ ਰਾਮਦਾਸ ਦਾ ਬਚਨ ਹੈ ਜੀ। ਮੈਂ ਥੋੜਾ ਜਿਹਾ ਸਤਿਗੁਰੂ ਦੀ ਬਾਣੀ ਲਈ ਸਵੇਰੇ ਇੱਕ ਗੁਰਮੁਖਾਂ ਨੇ ਇਸ਼ਾਰਾ ਵੀ ਥੋੜਾ ਜਿਹਾ ਕਰ ਦਿੱਤਾ। ਕੋਈ ਪ੍ਰੇਮੀ ਕਹਿ ਰਿਹਾ ਸੀ ਵੀ ਗੁਰੂ ਰਾਮਦਾਸ ਦੀ ਤੇ ਗੱਲ ਨਹੀਂ ਸੁਣਾਉਂਦੇ। ਉਹ ਮੈਂ ਤਾਂ ਵੀ ਇਸ ਕਰਕੇ ਵੀ ਜਦੋਂ ਦਿਨ ਨੇੜੇ ਆਉਣਗੇ ਭਾਵੇਂ ਪ੍ਰਕਰਨ ਕੋਈ ਵੀ ਹੋਇਆ ਗੁਰੂ ਰਾਮਦਾਸ ਜੀ ਦੀ ਗੱਲ ਕਰਾਂਗੇ। ਮਹਾਰਾਜ ਕਹਿੰਦੇ ਨਾਮ ਦਾ ਰਸ ਅਤ ਦਾ ਭਲਾ ਹੈ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ। ਗੁਰੂ ਰਾਮਦਾਸ ਕਹਿੰਦੇ ਨੇ ਇਹ ਉਹਨਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਨਹੀਂ ਚੱਖਿਆ, ਇਹ ਉਹਨਾਂ ਸੁਹਾਗਣਾ ਨੂੰ ਪਤਾ ਹੈ ਜਿਨ੍ਹਾਂ ਚੱਖਿਆ ਹੈ। ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ, ਉਹ ਵੇ ਪਰਵਾਹ ਨਾ ਬੋਲਣੀ ਹਉ ਮਲ ਮਲ ਧੋਵਾਂ ਤਿਨ ਪਾਏ। ਨਾਮ ਰਸੀਏ ਸਤਿਗੁਰੂ ਕਹਿੰਦੇ ਆ ਉਹ ਗੁਰਮੁਖ ਸੁਹਾਗਣਾ, ਉਹਨਾਂ ਦੇ ਚਰਨ ਮਲ ਮਲ ਕੇ ਧੋਨਿਆ, ਉਹ ਬੇਪਰਵਾਹ ਨੇ ਨਹੀਂ ਬੋਲਦੀਆਂ। ਉਹ ਬੇਪਰਵਾਹ ਨਾ ਬੋਲਣੀ ਕੋ ਮਲ ਮਲ ਧੋਵਾਂ ਤਿਨ ਪਾਏ, ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਸਤਿਗੁਰੂ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਕਾ ਬਚਨ ਕੀਮਤੀ ਰਤਨ ਹੈ, ਜਿਹੜਾ ਇਸ ਨੂੰ ਮੰਨੇਗਾ ਉਹ ਛਕੇਗਾ, ਉਹ ਰਤਨ ਖਾਏਗਾ। ਨਾਮ ਦੇ ਰਸੀਏ। ਦੂਸਰੀ ਬੇਨਤੀ ਭੱਟ ਜੀ ਕਹਿੰਦੇ ਆ ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ। ਜੋ ਪ੍ਰਮਾਤਮਾ ਦੇ ਗੁਣ ਨੇ ਉਹ ਸਾਰੇ ਧੰਨ ਗੁਰੂ ਰਾਮਦਾਸ ਵਿੱਚ ਮੌਜੂਦ ਨੇ। ਫਿਰ ਬੇਨਤੀ ਸੁਣੋ, ਆਪ ਜੀ ਹੁਣ 2 ਦਿਨ ਰੋਜ਼ ਇਹ ਪੌੜੀ ਬੜੀ ਬੜੀ ਸੁਣੋਗੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹਦੇ ਅਰਥ ਭਾਵੇਂ ਹਰ ਸਾਲ ਆਪਾਂ ਕਰਨੇ ਆ ਪਰ ਐਦਕੀ ਵੀ ਕਰਾਂਗੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਾਰੇ ਗੋਬਿੰਦ ਦੇ ਗੁਣ ਸਿੱਖਾਂ ਸੰਗਤਾਂ ਨੇ ਕੀ ਦੇਖਿਆ? ਅੱਗੇ ਗੁਰੂ ਕੇ ਰਬਾਬੀ ਕਹਿੰਦੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਗਾਹਕ, ਬਿਲਕੁਲ ਔਗਣ ਨੇੜੇ ਵੀ ਨਹੀਂ ਫਟਕਦਾ। ਔਗਣਾਂ ਦੇ ਨਹੀਂ, ਗੁਣਾਂ ਦੇ ਗ੍ਰਾਹਕ ਨੇ, ਗੋਬਿੰਦ ਦੇ ਗੁਣਾਂ ਦੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ, ਤਤ ਦੇ ਚਾਹਵਾਨ ਨੇ, ਬ੍ਰਹਮ ਦੇ ਚਾਹਵਾਨ ਨੇ। ਸਮਤ ਸਰੇ ਗੁਰੂ ਰਾਮਦਾਸ, ਉਹਨਾਂ ਦੇ ਦ੍ਰਿਸ਼ਟੀ ਵਿੱਚ ਸਮਤਾ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਦਵੈਸ਼ ਨਹੀਂ, ਉਹ ਸਮ ਦ੍ਰਿਸ਼ਟੀ ਵਾਲੇ ਨੇ। ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ। ਅੱਗੇ ਭੱਟ ਕਲ ਜੀ ਕਹਿੰਦੇ ਨੇ ਕਿ ਠਾਕੁਰ ਹਰਦਾਸ ਦਾ ਪੁੱਤਰ ਉਹਨਾਂ ਦੇ ਤਨੇ, ਉਹਨਾਂ ਦਾ ਬੇਟਾ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ। ਪਿਤਾ ਜੀ ਦਾ ਜ਼ਿਕਰ ਕੀਤਾ, ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ। ਗੁਰੂ ਰਾਮਦਾਸ
ਠਾਕੁਰ ਹਰਦਾਸ ਦਾ ਪੁੱਤਰ ਪਿਆਰਿਓ ਖਾਲੀ ਸਰੋਵਰਾਂ ਨੂੰ ਭਰਨ ਵਾਲਾ ਹੈ, ਖਾਲੀ ਅੰਦਰਾਂ ਨੂੰ ਭਰਨ ਵਾਲਾ ਹੈ। ਜਿਹੜਾ ਨਾਮ ਦੇ ਤੌਰ ਤੇ ਖਾਲੀ ਉਹਨੂੰ ਵੀ ਭਰਦਾ ਹੈ, ਸੰਸਾਰੀ ਤੌਰ ਤੇ ਖਾਲੀ ਉਹਨੂੰ ਵੀ ਭਰਦਾ ਹੈ। ਉਹ ਖਾਲੀਆਂ ਨੂੰ ਮੁਕੰਮਲ ਕਰਨ ਵਾਲੇ ਨੇ। ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਨੀ ਬਖਸ਼ ਕੀਤੀ, ਉਹਨਾਂ ਦੇ ਸਾਰੇ ਗੁਣਾਂ ਵਿੱਚੋਂ ਗੋਬਿੰਦ ਦੇ ਗੁਣ ਜਿਹੜੇ ਨੇ, ਮੈਂ ਅੱਜ ਇੱਕ ਗੁਣ ਦਾ ਜ਼ਿਕਰ ਕਰਕੇ ਜਾਣਾ ਚਾਹੁੰਦਾ। ਇੱਕ ਤਾਂ ਉਹ ਨਾਮ ਰਸੀਏ, ਅੰਦਰ ਭਿੱਜਾ ਹੋਇਆ ਨਾਮ ਦੀ ਸੁਗੰਧੀ ਚ ਪੂਰਤ। ਭੱਟਾਂ ਨੇ ਅਖੀਰ ਦਾ ਸ਼ਬਦ ਕਹਿ ਦਿੱਤਾ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰਗ। ਜੇ ਕਿਸੇ ਨੇ ਪ੍ਰਤੱਖ ਰੱਬ ਦੀ ਦੇਹ ਦੇ ਦਰਸ਼ਨ ਕਰਨੇ ਨੇ, ਗੁਰੂ ਰਾਮਦਾਸ ਦੇ ਦਰਸ਼ਨ ਕਰੋ, ਇਹ ਉਹੀ ਹੈ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰਗ। ਇੰਨੇ ਸਭ ਕੁਝ ਗੁਣਾਂ ਦੇ ਹੋਣ ਦੇ ਬਾਵਜੂਦ ਗੁਰੂ ਰਾਮਦਾਸ ਵਰਗੀ ਨਿਮਰਤਾ ਨਹੀਂ ਕਿਤੇ ਮਿਲੇਗੀ। ਜੋਤ ਤਾਂ ਉਹੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਵਾਲੀ। ਇਸ ਘਰ ਦੇ ਵਿੱਚ ਨਿਮਰਤਾ ਦੀ ਬੜੀ ਵੱਡੀ, ਗਰੀਬੀ ਦੀ ਬੜੀ ਵੱਡੀ ਥਾਂ ਹੈ। ਤੇ ਜਿਹੜੀ ਤਕਰੀਬਨ ਬੀਜਨਾਸ ਨਹੀਂ ਕਹਾਂਗਾ, ਅਜੇ ਜਿਉਂਦੇ ਨੇ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਗੁਰੂ ਨੇ ਅੰਦਰ ਦੀ ਨਿਮਰਤਾ ਬਖਸ਼ੀ ਹੈ। ਨਹੀਂ ਤੇ ਪਿਆਰਿਓ, ਅਕਸਰ ਗਰੀਬੀ ਨਿਮਰਤਾ ਵਾਲੇ ਗੁਣ ਤਾਂ ਨੇੜੇ ਵੀ ਨਹੀਂ ਫਟਕਦੇ, ਸਿਰਫ ਮਾਈਕ ਤੱਕ ਹੀ ਸੀਮਤ ਰਹਿ ਚੁੱਕੇ ਆ। ਨਿਮਰਤਾ ਗਰੀਬੀ, ਗਰੀਬੀ ਨਿਮਰਤਾ ਨੂੰ ਹੀਣਤਾ ਚ ਨਹੀਂ ਲਿਜਾਣਾ। ਕਮਜ਼ੋਰੀ ਨਹੀਂ ਹੁੰਦੀ ਨਿਮਰਤਾ। ਭੈ ਅਧੀਨ ਹੋਇਆ ਝੁਕਿਆ ਹੋਇਆ ਬੰਦਾ ਨਿਮਰ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ। ਨਿਮਰਤਾ ਹੁੰਦੀ ਹੈ ਕਿ ਤਾਣ ਹੁੰਦਾ ਹੋਏ ਨਿਤਾਣਾ। ਨਿਮਰਤਾ ਹੀਣਤਾ ਨਹੀਂ ਪੈਦਾ ਹੋਣ ਦਿੰਦੀ। ਮੇਰੀ ਬੇਨਤੀ ਸੁਣੋ, ਕਮਜ਼ੋਰੀ ਨਹੀਂ ਬਣ ਦਿੰਦੀ। ਤਾਕਤ ਹੈ, ਮਾਣ ਹੈ। ਪਰ ਜਿੰਨੀ ਕਿਸੇ ਕੋਲ ਨਿਮਰਤਾ ਹੋਵੇ, ਬਾਬਾ ਫਰੀਦ ਸਾਹਿਬ ਕਹਿੰਦਾ, ਜੇ ਰੱਬ ਦੀ ਦਰਗਾਹ ਵਿੱਚ ਥਾਂ ਚਾਹਨਾ ਤੇ ਰੱਬ ਕੋਲੋਂ ਤੂੰ ਨਿਮਰਤਾ ਦੀ ਦਾਤ ਮੰਗ, ਕਿਉਂਕਿ ਜਿੰਨਾ ਗਰੀਬੀ ਵਿੱਚ ਨਿਮਰਤਾ ਵਿੱਚ ਰਹੇਗਾ, ਰੱਬ ਦੇ ਘਰ ਵੀ ਤੇਰੀ ਥਾਂ ਬਣੇਗੀ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜਾਂ ਸਭ। ਤੁਹਾਨੂੰ ਪਤਾ ਹੋਣਾ, ਮਸਜਿਦ ਵਿੱਚ ਸਫਾਂ ਵਿਛਾਈਆਂ ਜਾਂਦੀਆਂ ਸਨ, ਜਿਹੜੀਆਂ ਦੱਬ ਦੀਆਂ ਬਣਦੀਆਂ ਨੇ। ਸ਼ਾਇਦ ਅਜੇ ਪਿੰਡੂ ਕੋਈ ਸੱਜਣਾ ਨੂੰ ਪਤਾ ਹੋਣਾ, ਪਰ ਅੱਜ ਕੱਲ ਦੇ ਨਿਆਣਿਆਂ ਨੂੰ ਸਮਝ ਨਹੀਂ ਪੈਣੀ ਦੱਬ ਕੀ ਹੈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪਸ਼ੂ ਨੇ, ਜਿਹੜੇ ਪੰਛੀ ਨੇ, ਜਿਹੜੀ ਬਨਸਪਤੀ ਹੈ, ਜਿੰਨੇ ਨਾਮ ਵਰਤੇ ਨੇ, ਮੇਰਾ ਖਿਆਲ ਹੈ ਅੱਧਿਓਂ ਜ਼ਿਆਦਾ ਸਾਨੂੰ ਲੋਕਾਂ ਨੂੰ ਉਹ ਪਤਾ ਵੀ ਨਹੀਂ, ਕੁਝ ਅਲੋਪ ਵੀ ਹੋ ਚੁੱਕੇ ਆ। ਜਿਹੜੀ ਦੱਬ ਹੈ ਉਹਦੀ ਸਭ ਬਣਾਈ ਜਾਂ ਚਟਾਈ ਦੱਬ ਦੀ ਸਭ ਬਣਾਉਂਦੇ ਸਨ। ਤੇ ਜਦੋਂ ਚਟਾਈ ਬਣਾਣੀ, ਸਭ ਬਣਾਣੀ, ਉਸ ਦੱਬ ਨੂੰ ਰਾਹ ਦੇ ਵਿੱਚ ਵੱਢ ਕੇ ਨਾ ਉਹਨੂੰ ਰਸਤੇ ਦੇ ਵਿੱਚ ਖਿਲਾਰ ਦਿੰਦੇ ਸਨ। ਪੈ ਵਿੱਚ ਪੈ ਸ਼ਬਦ ਸੌਖਾ ਜੀ, ਕੱਚੇ ਨੂੰ ਰਸਤੇ ਤੇ ਡੰਗਰ ਲੰਘਣੇ, ਬੈਲ ਗੱਡੀਆਂ ਲੰਘਣੀਆਂ, ਲੋਕਾਂ ਨੇ ਲੰਘਣਾ। ਉਹ ਵਿਛੀ ਹੋਈ ਦੱਬ ਦੇ ਉੱਤੇ ਜਦੋਂ ਪੈਰ ਰੱਖਦੇ ਸਨ, ਉਹ ਨਰਮ ਹੁੰਦੀ ਸੀ। ਉਸ ਤੋਂ ਬਾਅਦ ਉਹਦੀ ਸਭ ਬਣਾਉਂਦੇ ਸਨ। ਬਾਬਾ ਫਰੀਦ ਕਹਿੰਦੇ ਨੇ, ਦੇਖ ਹੋਏ ਆ ਦੱਬ ਉੱਚੀ ਖਲੋਤੀ ਸੀ, ਵੱਢ ਕੇ ਜ਼ਮੀਨ ਤੇ ਵਿਛਾ ਦਿੱਤੀ, ਲੋਕਾਂ ਦੇ ਪੈਰਾਂ ਥੱਲੇ ਰਹੀ। ਅੱਜ ਇਹਦੀ ਸਭ ਬਣ ਗਈ। ਕੱਲ ਨੂੰ ਇਹਨੂੰ ਧਰਮਸ਼ਾਲਾ, ਮੰਦਰ, ਮਸੀਤ ਵਿੱਚ ਲਿਜਾਣਗੇ ਤੇ ਕਹਿਣ ਲੱਗੇ, ਇਸ ਦੱਬ ਉੱਤੇ ਬੈਠ ਕੇ ਖੁਦਾ ਦੀ ਇਬਾਦਤ ਹੋਵੇਗੀ, ਤੇ ਜਿਹੜੀ ਇਸ ਨੂੰ ਮਿੱਟੀ ਲੱਗੇਗੀ, ਲੋਕ ਉਹ ਮਿੱਟੀ ਆਪਣੇ ਮੱਥੇ ਤੇ ਲਾਣਗੇ, ਤਾਂ ਕਿਉਂਕਿ ਦੱਬ ਨਿਮਰਤਾ ਦੇ ਵਿੱਚ ਰਹੀ ਹੈ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜਾਂ ਸਭ। ਜੇ ਤੂੰ ਚਾਹਨਾ ਸਾਰਿਆਂ ਵਿੱਚ ਸਾਈਂ ਨੂੰ ਦੇਖਣਾ, ਤੇ ਦੱਬ ਦੀ ਤਰ੍ਹਾਂ ਹੋ ਜਾ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜਾਂ ਸਭ। ਇੱਕ ਛਿਜੈ ਵਿਆਹ ਲਤਾੜੀਐ, ਤਾਂ ਸਾਈਂ ਦਾ ਦਰਬਾੜੀਐ। ਸਾਈਂ ਦੇ ਘਰ ਚ ਤਾਂ ਜਾਏਗਾ ਜੇ ਇਹੋ ਜਿਹੀ ਨਿਮਰਤਾ ਹੋਵੇਗੀ। ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਆਪਣੇ ਉਸ ਇਤਿਹਾਸ ਵਿੱਚ। ਜਦੋਂ ਪੁੱਛਿਆ ਮਹਾਰਾਜ ਨਿਮਰਤਾ, ਸਤਿਗੁਰੂ ਕਹਿੰਦੇ, ਜਿੰਨਾ ਪਾਣੀ ਫੁਹਾਰੇ ਦਾ ਨੀਵਾਂ ਜਾਏਗਾ, ਓਨਾ ਉੱਚਾ ਉੱਠੇਗਾ। ਜਿੰਨਾ ਬੰਦਾ ਮਨ ਦੇ ਤੌਰ ਤੇ ਨੀਵਾਂ ਹੋ ਜਾਏਗਾ, ਪਿਆਰਿਓ, ਓਨਾ ਮਤ ਦੇ ਤੌਰ ਤੇ ਉੱਚਾ ਹੋ ਜਾਏਗਾ। ਜਿਹੜੇ ਬੰਦੇ ਮਨ ਕਰਕੇ ਨੀਵੇਂ ਨੇ ਨਾ, ਉਹ ਮਤ ਕਰਕੇ ਬੜੇ ਉੱਚੇ ਹੁੰਦੇ ਆ। ਇਸੇ ਕਰਕੇ ਸਾਡੀ ਅਰਦਾਸ ਵਿੱਚ ਜਿੰਨੀਆਂ ਮੰਗਾਂ ਨੇ, ਅਖੀਰਲੀ ਮੰਗ ਇਹ ਵੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਜਿੰਨਾ ਮਨ ਨੀਵਾਂ ਹੋਵੇਗਾ, ਪਿਆਰਿਓ ਚੇਤੇ ਰੱਖੋ, ਓਨੀ ਮਤ ਉੱਚੀ ਹੋਵੇਗੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ
ਉਹਨਾਂ ਦੀ ਨਿਮਰਤਾ ਦੇਖੋ। ਮੈਂ ਥੋੜੇ ਜਿਹੇ ਪ੍ਰਮਾਣ ਲਾਂਗਾ, ਜ਼ਿਆਦਾ ਨਹੀਂ। ਜਦੋਂ ਸਤਿਗੁਰੂ ਦਾ ਹੁਣ ਅਸੀਂ ਪੜ੍ਹੇ ਵੀ ਭੱਟ ਸਾਹਿਬ ਕਹਿੰਦੇ ਨੇ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਪਰ ਜਦੋਂ ਉਹਨਾਂ ਦੀ ਰਚਨਾ 'ਚ ਉਹਨਾਂ ਨੂੰ ਪੜ੍ਹੀਏ ਪਿਆਰਿਓ, ਏਡੀ ਵੱਡੀ ਨਿਮਰਤਾ ਦੇਖੋ। ਆਪਣੇ ਆਪ ਲਈ ਕੀ ਕੀ ਸ਼ਬਦ ਵਰਤੇ ਗੁਰੂ ਰਾਮਦਾਸ ਨੇ। ਤੇ ਸਿਆਣੇ ਲੋਕ ਕਹਿੰਦੇ ਆ, ਇਹ ਤੇ ਵਿੱਚ ਚਲੋ ਸਾਹਿਤਕਾਰ ਕਹਿੰਦੇ ਆ ਵੀ ਜਿਹੜਾ ਕਿਤਾਬ ਹੁੰਦੀ ਹੈ ਨਾ, ਆਪਾਂ ਇਹ ਬਾਣੀ ਦੀ ਤੁਲਨਾ ਨਹੀਂ ਦੇਣੀ, ਸਿਰਫ ਇੱਕ ਉਦਾਹਰਨ ਹੈ। ਸਾਹਿਤਕਾਰ ਕਹਿੰਦੇ ਆ ਸਾਹਿਤ ਲਿਖਾਰੀ ਦਾ ਸ਼ੀਸ਼ਾ ਹੁੰਦਾ ਹੈ, ਉਹਦੇ ਅੰਦਰ ਨੂੰ ਬਾਹਰ ਪ੍ਰਗਟ ਕਰਦਾ ਹੈ। ਜਿਹੜਾ ਬੰਦਾ ਕਵਿਤਾ ਲਿਖ ਲਿਆ, ਨਾਵਲ ਲਿਖ ਲਿਆ, ਕਹਾਣੀ ਲਿਖ ਰਿਹਾ, ਸੱਚ ਇਹ ਵੇ ਉਹ ਕਾਗਜ਼ ਦੀ ਖੇਕ ਉੱਤੇ ਮਾਰੀਆਂ ਹੋਈਆਂ ਝਰੀਟਾਂ, ਉਹ ਲਿਖੇ ਹੋਏ ਸ਼ਬਦ ਉਸ ਲਿਖਾਰੀ ਦੇ ਅੰਦਰ ਦੇ ਦੀਦਾਰ ਕਰਾਉਂਦੇ ਆ। ਇਹ ਬੰਦੇ ਦੀ ਸੋਚ ਕਿਹੋ ਜੀ, ਸੁਰਤ ਕਿਹੋ ਜੀ। ਹੁਣ ਸਾਡੇ ਕੋਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਉਹਨਾਂ ਦੀ ਬਾਣੀ ਹੈ, ਉਹਨਾਂ ਵਿੱਚੋਂ ਦਰਸ਼ਨ ਕਰੀਏ ਉਹਨਾਂ ਦੀ ਨਿਮਰਤਾ ਦੀ। ਆਪ ਰੋਜ਼ ਰਹਿ ਰਾਸ ਵਿੱਚ ਪੜ੍ਹਦੇ ਹੋ, ਖਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਥੋੜੇ ਜਿਹੇ ਪ੍ਰਮਾਣ, ਕਿਉਂਕਿ ਇਹਦੀ ਵਿਆਖਿਆ ਦੀ ਲੋੜ ਨਹੀਂ। ਏਡੀ ਵੱਡੀ ਨਿਮਰਤਾ ਕਿ ਕਹਿੰਦੇ ਨੇ ਅਸੀਂ ਕੀੜੇ ਖਾਂ, ਅਸੀਂ ਕਿਰਮ ਹਾਂ, ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਸੋਹਿਲਾ ਸਾਹਿਬ ਵਿੱਚ ਮਹਾਰਾਜ ਕਹਿੰਦੇ ਨੇ ਹਮ ਗਰੀਬ ਮਸਕੀਨ ਪ੍ਰਭ ਤੇਰੇ। ਦੇਖੋ ਨਿਮਰਤਾ। ਹਮ ਗਰੀਬ ਮਸਕੀਨ ਪ੍ਰਭ ਤੇਰੇ ਖਰ ਰਾਖ ਰਾਖ ਵੱਡ ਵੱਡਾ ਹੈ ਵੱਡਿਆ ਸਭ ਤੋਂ ਉੱਚਿਆ, ਮੇਰੇ ਵਰਗਾ ਗਰੀਬ, ਮੇਰੇ ਵਰਗਾ ਮਸਕੀਨ ਕੋਈ ਨਹੀਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਧੰਨ ਗੁਰੂ ਰਾਮਦਾਸ ਜੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਆ ਨਿਮਰਤਾ ਹੈ ਸ਼ਬਦ ਵਿੱਚ। ਤੇ ਇਹ ਕੇਵਲ ਵਿਖਾਵੇ ਦੇ ਸ਼ਬਦ ਥੋੜਾ ਨੇ ਵੀ ਲੋਕੀ ਪੜਨਗੇ ਤੇ ਪ੍ਰਭਾਵਿਤ ਹੋ ਜਾਣਗੇ, ਨਹੀਂ, ਇਹ ਧੁਰ ਅੰਦਰੋਂ ਨਿਕਲੀ ਹੋਈ ਨਿਮਰਤਾ ਹੈ। ਤੇ ਮੈਂ ਬੇਨਤੀ ਕੀਤੀ, ਨਾਮ ਰਸਕ ਨੇ ਜਿੰਨਾ ਕਿਸੇ ਰੁੱਖ ਦਾ ਫਲ ਰਸ ਨਾਲ ਭਰੇਗਾ, ਉਹਨਾਂ ਉਹਦੀ ਟਾਣੀ ਜ਼ਮੀਨ ਵੱਲ ਆਪਣੇ ਆਪ ਝੁਕੇਗੀ। ਜਿਹੜਾ ਗੁਰੂ ਰਾਮਦਾਸ ਨੇਤਰਾਂ ਕਰਕੇ, ਹਿਰਦੇ ਕਰਕੇ, ਮਨ ਤਨ ਕਰਕੇ ਨਾਮ ਦੇ ਰਸ 'ਚ ਭਿੱਜਿਆ, ਪਿਆਰਿਓ, ਇਹ ਨਿਮਰਤਾ ਉਹਨਾਂ ਦੇ ਨਾਮ ਰਸ ਵਿੱਚੋਂ ਪੈਦਾ ਹੋਈ ਹੈ। ਇਹ ਧੱਕੇ ਨਾਲ ਝੁਕੇ ਹੋਏ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸ਼ਬਦ ਵਰਦੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਮ ਅੰਧਲੇ ਅੰਧ ਬਿਖੇ ਬਿਖਰਾ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ। ਹਮ ਮੂਰਖ ਮੁਗਦਿਆਨ ਪਿਤਾ ਸਮਝਾਵੇਂਗੇ, ਹਮ ਮੂਰਖ ਮੁਗਦ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਪਿਆਰਿਓ, ਸਤਿਗੁਰੂ ਦੇ ਅੰਦਰ ਦੀ ਇਹ ਨਿਰਮਾਣਤਾ, ਗਰੀਬੀ, ਨਿਮਰਤਾ। ਇੱਕ ਸ਼ਬਦ ਚਲੋ ਗੁਰੂ ਰਾਮਦਾਸ ਜੀ ਦਾ ਹੋਰ, ਮਹਾਰਾਜ ਦਾ ਇੱਕ ਬਚਨ ਹੁੰਦਾ ਹੈ, ਪੰਡਤ ਦਾ, ਸੰਨਿਆਸੀ ਦਾ, ਬ੍ਰਹਮਚਾਰੀ ਦਾ, ਜੋਗੀ ਦਾ, ਸਾਰਿਆਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ। ਆਪਣੇ ਆਪ ਨੂੰ ਪਤਾ ਕੀ ਕਹਿੰਦੇ ਆ? ਮੈਂ ਤਾਂ ਬੇਨਤੀ ਕੀਤੀ, ਗੁਰਸਿੱਖੋ, ਕੇਵਲ ਆਪ ਲਈ ਨਹੀਂ, ਆਪਣੇ ਲਈ ਮੈਂ ਕਹਾਂਗਾ, ਇਮੋਸ਼ਨ ਕਰਨ ਲਈ ਵੀ ਨਹੀਂ। ਸਿੱਖੋ, ਅੱਜ ਇੱਕੋ ਦਾਤ ਮੰਗੋ, ਦਾਤਾ ਸਾਨੂੰ ਹਿਰਦੇ ਦੀ ਗਰੀਬੀ ਬਖਸ਼ ਦੇਵੇ, ਅੰਦਰ ਦੀ ਨਿਮਰਤਾ ਬਖਸ਼ ਦੇਵੇ, ਨਹੀਂ ਤੇ ਹੰਕਾਰ ਨਾਲ ਮਰ ਜਾਾਂਗੇ ਅਸੀਂ। ਮੈਂ ਬੜੇ ਸਿੱਧੀ ਸ਼ਬਦ ਵਰਤ ਰਿਹਾ। ਸਾਡੇ ਹੰਕਾਰ ਦੇ ਕੰਡੇ ਨੇ ਸਾਨੂੰ ਟਿਕਣ ਨਹੀਂ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪੰਡਿਤ ਸ਼ਾਸਤ ਸਿਮਰਤ ਪੜਿਆ, ਸਿੱਧੇ ਅਰਥ ਨੇ। ਪੰਡਿਤ ਨੇ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਕੀਤਾ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਵਾਹਿਗੁਰੂ ਮੈਂ ਮੂਰਖ ਹਾਂ, ਮੂਰਖ ਮੁਗ ਸ਼ਰਨਾਗਤੀ। ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਸੰਨਿਆਸੀ ਬਪੂਤ ਲੈ ਦੇ ਸਵਾਰੀ, ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਕਿੱਡੀ ਨਿਮਰਤਾ। ਮੈਂ ਮੂਰਖ। ਖੱਤਰੀ ਕਰਮ ਕਰੈ ਸੂਰਤਨ ਪਾਵੈ, ਸੂਦ ਵੈਸ ਪਰ ਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ। ਇੰਨੇ ਵਾਰੇ ਸ਼ਬਦ, ਇੰਨੀ ਨਿਮਰਤਾ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਾ ਮੇਰੇ।
हे परमात्मा मेरे औगणा नूं बख्श दे। ये गल याद कि जेड़ा निमरता विच रहेगा वो हंकार नूं भी झुका जाएगा। जेड़ा निमरता विच रहेगा वो हंकार नूं, असी धर्म दे नां ते किड्डी होमे, कौमीयत दे नां ते किड्डी होमे, वैगुरू ये गल फील ना करियो पर सच्चाई जे। ਜਿਹੜੀਆਂ ਗੱਲਾਂ ਗੁਰੂ ਨੇ ਸਾਨੂੰ ਸ਼ਬਦ 'ਚ ਕਹੀਆਂ ਇਹ ਕੇਵਲ ਮੱਥਾ ਟੇਕਣ ਲਈ, ਪ੍ਰਸ਼ਾਦ ਚੜਾਉਣ ਲਈ ਨਹੀਂ, ਰੁਮਾਲੇ ਭੇਟ ਕਰਨ ਲਈ ਨਹੀਂ। ਮੈਂ ਪਿਛਲੇ ਦਿਨੀ ਵੀ ਕਿਹਾ, ਹਰ ਗੁਰਸਿੱਖ ਚਾਹੇ ਉਹ ਲੀਡਰ ਹੈ ਚਾਹੇ ਕੁਝ ਹੈ, ਸਾਰੇ ਬੰਦੇ ਇੱਕ ਵਾਰੀ ਨਿੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਦੇਖੋ, ਆਪ ਜੀ ਨੂੰ ਪਤਾ ਲੱਗੇਗਾ ਜਿਹੜੀ ਵਿਆਖਿਆ ਅਸੀਂ ਧਰਮ ਦੀ ਕਰਨੇ ਪਿਆ ਉਹ ਤੇ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਹੀ ਨਹੀਂ ਖਾਂਦੀ ਪਈ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ? ਹੰਕਾਰ ਸਾਹਮਣੇ ਨਿਮਰਤਾ ਹੈ, पर निमरता जो आएगी हंकार नूं झुकना पएगा। चलो एक उदाहरण असी चलो इतिहास विचों भी लेने, पाठ आप कर दिओ, सिंह बिलाई खोए गयो तृण मेर दखीता, शेर बिल्ली बन गया। गुरु अर्जुन देव दा बचन है। हिंसक बिरती बिल्ली बिरती बन गई, निमरता च आ गई। जां सतगुरु दे अमृत बचन, गरीबी गदा हमारी, खन्ना सगल रेन शारी, इस आगे को ना टिकै विकारी। प्यारिओ इदू वड्डा जे पुछिए जी आ विरोध करदा आ करदा, महाराज कहंदे साडे कोल एक गुरज है ते एक खंडा है। गुरज ये भी शस्त्र आपां वरदे लोग देखने, ते खंडा कहंदे ने गरीबी गदा हमारी, अंदर दी निमरता साडा गुरज है। खन्ना सगल रेनशारी, सब दे चरनां दी धूड़ बन जाना, ये साडा खंडा है। ते महाराज जेड़े इन्ना विरोध करते आ, गुरु साहिब कहते तू झुक के देख, इस आगे को ना टिकै विकारी। प्यारे इत्थे किसे ने टिक सकना जिहदे कोल निमरता दा गुरज ते सब दे चरनां दी धूड़ बन के रहना खंडा है। ऐसे शहर च, ऐसे दरबार च सन्मानयोग बाबा श्री चंद जी आए। आपने बड़ी, मैं क्या भी साखियां ओही ने ते रहनियां भी ओही ने, हर साल असीं ओही सुनानियां ने। ਐਵੇਂ ਝੂਠ ਛਾਟ ਛੱਡ ਕੇ ਅੱਗੇ ਖੱਬੇ ਸੱਜੇ ਘੁਮਾ ਲਾਂਗੇ ਤੇ ਗੱਲ ਵੱਖਰੀ ਏ, ਪਰ ਜੋ ਤੱਤ ਤਾਂ ਹੋਈ ਏ। ਤੇ ਇਹ ਵੀ ਸੱਚ ਕਿ ਸਨਮਾਨਯੋਗ ਬਾਬਾ ਸ੍ਰੀ ਚੰਦ ਜੀ ਬਾਰੇ ਬਹੁਤ ਕੁਝ ਕਬੂਲ ਵੀ ਸੁਣਨ ਨੂੰ ਮਿਲਦਾ ਹੈ। ਬਾਬਾ ਸ੍ਰੀ ਚੰਦ ਜੀ ਆਏ ਆ ਕਿਉਂਕਿ ਅਸੀਂ ਕਹਾਂਗੇ ਜੀ ਬਾਣੀ ਤੋਂ ਕਈ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ। ਤੇ ਮੈਂ ਇੱਕ ਗੁਰੂ ਰਾਮਦਾਸ ਜੀ ਦੀ ਆਪ ਨੂੰ ਬਚਨ ਜ਼ਰੂਰ ਸੁਣਾਣਾ। ਅੱਗੇ ਵੀ ਇੱਕ ਵਾਰੀ ਸੁਣਾਇਆ, ਮਹਾਰਾਜ ਇੱਥੇ ਬਾਬਾ ਸ਼੍ਰੀ ਚੰਦ ਜੀ ਆਉਂਦੇ ਆ, ਸਾਡਾ ਕੋਈ ਇਤਿਹਾਸਕਾਰ ਨਹੀਂ ਜਿਨ੍ਹਾਂ ਇਹਨੂੰ ਕੋਟ ਨਹੀਂ ਕੀਤਾ। ਮੈਂ ਤਾਂ ਕਈ ਵਾਰੀ ਕਹਿਣਾ, ਐਵਨ ਕਿ ਅਧਿਆਨਕ ਯੋਗ ਕਹਿੰਦਾ ਪ੍ਰੋਫੈਸਰ ਸਾਹਿਬ ਸਿੰਘ ਜੀ ਜਦੋਂ ਗੱਲ ਕਰਦੇ ਆ ਜੀ, ਸਾਇੰਟੀਫਿਕ ਗੱਲ ਕੀਤੀ, ਬੜੀ ਉਹਨਾਂ ਦੀ ਮਿਹਨਤ। ਮੈਂ ਕਹਿੰਦਾ ਉਹਨਾਂ ਦੀਆਂ ਬਬਾਣੀਆਂ ਕਹਾਣੀਆਂ ਕਿਤਾਬ ਪੜ੍ਹੋ, ਕੋਟ ਤਾਂ ਉਹਨਾਂ ਵੀ ਕੀਤਾ ਹੋਇਆ ਇਸ ਘਟਨਾ ਨੂੰ। ਕਿਹੜਾ ਜਿਨ੍ਹਾਂ ਇਸ ਘਟਨਾ ਨੂੰ ਕੋਟ ਨਹੀਂ ਕੀਤਾ? ਨਵੀਨਤਾ ਦਾ ਹੰਕਾਰ ਜਿਹੜਾ ਉਹ ਦਵੈਸ਼ 'ਚ ਹੈ। याद रखियो, गुरु कदी दवैश च नहीं रहिंदा। जेड़ा बंदा एक बारी कह दिंदा सतगुरु मैं तेरा वां, गुरु वैर नहीं रखदा, उस वक्त बंदे दे अंदर नूं अपने सीने नाल ला लैंदा। बाबा श्री चंद जी आउंदे आ, गुरु रामदास ते महाराज कीती लम्मा दाड़ा ते नेत्र अमृत नाल पूरत। इन्नी शख्सियत चुंबकी कि बाबा श्री चंद जी ने दर्शन किते, नेत्र देखते रह गए। भी हिरदे नूं खिच पाण वाला प्रतख दे पार ब्रह्म स्वामी। देखिया सतगुरां ने सन्मान किया। उन्हें यही पूछया कि आप जी ने, चलो ये सब नूं पता है, दाड़ा इन्ना क्यों वधाया? साडा इतिहास कहता निमरता दी मूरत। धन गुरु रामदास कहते ने आप जैसे महापुरखों के चरण झाड़न दे। गुरु रामदास जी की निमरता देखी, उस वक्त बाबा श्री चंद जी का अंदर चुक गया। ते साडे काव्य ग्रंथ कहते ने देख निमरता गुरु की, श्री चंद भय प्रसन्न, अंगद लीनी सेवकर तुमरे प्रेम आनंद। तुमरी महिमा अदकै कईया काहे बनाए, तुहाडी महिमा दा कोई पारावार नहीं, तुहाडी निमरता दा कोई पारावार नहीं। तुमरे सर में जो मज्जै पापी पीगत का पाए। देख निमरता गुरु की,
श्री चंद पै प्रसंग अंगद लीनी सेव कर तुमरे प्रेम अनन तुमरी महिमा अद कै कईए काहे बनाए तुमरे सर में जो मज्जै पापी पीबत गत पाहे। कहते ने ज्ञानी ज्ञान सिंह लिखदा है, इस भी देख श्री होए खुशी श्री चंद उचारा कहन लगे इसी तौर घर लुटियो हमारा। जदों वेख्या ना निमरता चाहे खुश हो गए बाबा श्री चंद, खुश होके कहते ने खुशी होए मुख बचन उचारा इसी तौर घर लुटियो हमारा। कहन लगे साडा घर तां ही लुटिया गया जो तुहाडे कोल सी, ओ साडे कोल नहीं सी। हुण आपां कहांगे जी होया, हाँ गुरु रामदास कहंदे होया। गुर बाबे फिटके से फिटे गुर अंगद कीते कूड़ियारे गुर तीजी पीढ़ी विचारिया क्या इन्हां हथ विचारे गुर चौथी पीढ़ी टिकिया। जदों चौथी पीढ़ी गुरु रामदास आए तिन निंदक दुष्ट सब तारे। निंदक आया कोई दुष्ट आया कोई आया, धन गुरु रामदास दी निमरता ते नाम ने सब दा उद्धार कर दिता। मैं सिर्फ इत्थे अज विश्राम दे रहा, अगे कल नूं इसे प्रकरण नूं आपां अगे तोरांगे कि गुरु रामदास सच्चे पातशाह निमरता दे पुंज, नाम विचों निकली हुई निमरता, हिरदे दी गरीबी, ये पूरे गुरु दी वडियाई है जिन्हों गुरु अर्जुन साहब अज कह रहे हैं रहाऊ दुख सोग का टाहियो डेरा। सतगुरु ने कृपा की कहने गुर पूरे की देख वडाई। एक एक तुक नाल अर्थ चलणगे। जेड़ा दुख ते सोग दा टिकाणा सी ओ गुरु ने ढा दिता है। आनंद मंगल बिसरामा तुर अंदर आत्मक आनंद आया, मंगल खुशियां आईयां। जेड़ा मन भटक रहा सी ਉਹ ਵਿਸ਼ਰਾਮ ਵਿੱਚ ਟਿਕ ਗਿਆ ਹੈ। ਮਨ ਬਾਸ਼ਤ ਫਲ ਮਿਲੇ ਅਚਿੰਤਾ। ਤੇ ਸਤਿਗੁਰੂ ਦੀ ਵਡਿਆਈ ਦੇਖੋ, ਕਹਿੰਦੇ ਨੇ ਜਿਹੜੇ ਮਨ ਅਸੀਂ ਫਲ ਚਾਹੁੰਦੇ ਸਾਂ, ਮਨ ਬਾਂਛਤ ਫਲ ਚਾਹੁੰਦੇ ਸਾਂ, ਭੁੱਲ ਗਏ, ਪਤਾ ਨਹੀਂ ਮਿਲਣਗੇ ਕਿ ਨਹੀਂ। ਪੂਰੇ ਗੁਰੂ ਦੀ ਵਡਿਆਈ ਜਿਹੜੇ ਫੁਰਨੇ ਬਣਾਏ ਉਹ ਵੀ ਅਚਨਚੇਤ ਸਭ ਕੁਝ ਮਿਲ ਗਿਆ। ਉਹ ਸਾਰੇ ਫਲ ਅਚਿੰਤ ਮਿਲੇ ਹਨ। ਪੂਰਨ ਹੋਏ ਕਾਮਾ ਤੇ ਜਿੰਨੇ ਜ਼ਿੰਦਗੀ ਦੇ ਮਨੋਰਥ ਸਨ ਸਾਰੇ ਗੁਰੂ ਨੇ ਪੂਰਨ ਕੀਤੇ ਹਨ। ਇਹਾ ਸੁਖ ਆਗੈ ਮੁਖ ਉਜਲ। ਗੁਰੂ ਦੀ ਵਡਿਆਈ ਦੇਖੋ, ਇਸ ਲੋਕ ਵਿੱਚ ਵੀ ਆਤਮਿਕ ਸੁਖ ਤੇ ਅੱਗੇ ਵੀ ਮੁਖ ਉਜਲਾ ਹੈ। ਮਿਟ ਗਏ ਆਵਣ ਜਾਣੇ। ਜਿਹੜਾ ਆਉਣ ਜਾਣ ਦਾ ਲੇਖ ਸੀ ਇਹ ਵੀ ਪੂਰੇ ਸਤਿਗੁਰਾਂ ਨੇ ਮਿਟਾ ਦਿੱਤਾ ਹੈ। ਨਿਰਭਉ ਭਏ ਹਿਰਦੈ ਨਾਮ ਵਸਿਆ। ਅੰਦਰ ਨਿਰਭੈਤਾ ਆ ਗਈ, ਪਰਮੇਸ਼ਵਰ ਦਾ ਨਾਮ ਵਸਿਆ ਹੈ। ਆਪਣੇ ਸਤਿਗੁਰ ਕੈ ਮਨ ਭਾਣੇ। ਆਪਣੇ ਸਤਿਗੁਰੂ ਜੀ ਦੇ ਮਨ ਨੂੰ ਅਸੀਂ ਭਾ ਗਏ ਖਾਂ। ਊਠਤ ਬੈਠਤ ਹਰ ਗੁਣ ਗਾਵੇ। ਜਿਸ ਉੱਤੇ ਸਤਿਗੁਰਾਂ ਦੀ ਕਿਰਪਾ ਹੋ ਜਾਏ, ਉੱਠਦਿਆਂ ਬਹਿੰਦਿਆਂ ਖਰੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਦੁਖ ਦਰਦ ਪ੍ਰਮ ਭਾਗਾ। ਉਸ ਦੇ ਅੰਦਰ ਦਾ ਦੁੱਖ, ਉਸ ਦੇ ਅੰਦਰ ਦਾ ਦਰਦ, ਉਹਦੀ ਭਟਕਣਾ ਸਾਰੀ ਦੂਰ ਹੋ ਗਈ। ਕਹੋ ਨਾਨਕ ਤਾਕੇ ਪੂਰਕ ਰਮਾ। ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹੋ ਜਿਹੇ ਬੰਦੇ ਪੂਰੇ ਕਰਮਾਂ ਵਾਲੇ ਨੇ, ਪੂਰੇ ਭਾਗਾਂ ਵਾਲੇ ਨੇ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਜਿਹੜੇ ਪਸ਼ੂ ਪ੍ਰੇਤ ਮੁਗਤ ਤੋਂ ਸਰੋਤੇ ਬਣ ਜਾਂਦੇ ਨੇ, ਜਿਹੜੇ ਖਰੀ ਕੇ ਨਾਮ ਨੂੰ ਮੁਖ ਤੋਂ ਕਹਿੰਦੇ ਨੇ, ਜਿਨ੍ਹਾਂ ਦੇ ਦੁੱਖ ਦਰਿਦਰ ਦਾ ਡੇਰਾ ਢਹਿ ਜਾਂਦਾ ਹੈ, ਜਿਨ੍ਹਾਂ ਅੰਦਰੋਂ ਭਰਮ ਭੈ ਮਿਟ ਜਾਂਦਾ ਹੈ, ਉਹਨਾਂ ਦੇ ਪੂਰਨ ਭਾਗ ਨੇ, ਪੂਰੇ ਕਰਮ ਹਨ। ਜਾ ਕਾ ਗੁਰ ਚਰਣੀ ਮਨ ਲਾਗਾ। ਜਿਸ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਪਿਆਰਿਓ ਸਮਝੋ ਉਹਦੇ ਪੂਰੇ ਭਾਗ ਆ, ਪੂਰੇ ਕਰਮ ਆ। ਭਾਵੇਂ ਕੁਛ ਵਿਦਵਾਨਾਂ ਨੇ ਦੇ ਅਰਥ ਪੂਰ ਕਰਮਾਂ ਦਾ ਅਰਥ ਕੀਤਾ, ਉਹਦੇ ਕੰਮ ਪੂਰੇ ਹੋ ਜਾਂਦੇ ਆ, ਪਰ ਮੈਂ ਕਹਾਂਗੇ ਅਰਥ ਬੜੇ ਟੁਕਣਗੇ। ਉਹਦੇ ਭਾਗ ਮੁਕੰਮਲ ਹੋ ਗਏ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਸਤਿਗੁਰੂ ਕਿਰਪਾ ਕਰੇ, ਅੱਜ ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਆਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਏ ਹੋ। ਮੈਂ ਫਿਰ ਬੇਨਤੀ ਕਰਾਂਗਾ, ਅੰਮ੍ਰਿਤ ਦੀ ਦਾਤ ਲਈਏ, ਸਤਿਗੁਰੂ ਦੀ ਰਹਿਤ ਨੂੰ ਧਾਰਨ ਕਰੀਏ, ਭਜਨ ਬੰਦਗੀ ਸੇਵਾ ਸਿਮਰਨ ਵਿੱਚ ਰਹਿ ਕੇ ਇਸ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਸਕੀਏ। ਕੱਲ ਨੂੰ ਫਿਰ
ਸਤਿਗੁਰੂ ਗੁਰੂ ਰਾਮਦਾਸ ਜੀ ਦੇ 3 ਦਿਨ ਦੀ ਹੋਰ ਵਿਚਾਰ ਹੈ। ਮੈਂ ਯਤਨ ਕਰਾਂਗਾ ਰੋਜ਼ ਹਜ਼ੂਰ ਦਾ ਕੋਈ ਨਾ ਕੋਈ ਬਚਨ ਆਪ ਸੰਗਤ ਨਾਲ ਜ਼ਰੂਰ ਸਾਂਝਾ ਕਰਾਂ। ਉਂਝ ਤਾਂ ਵੈਸੋ ਜਿਵੇਂ ਪ੍ਰਬੰਧ ਸਿੰਘ ਸਾਹਿਬਾਨ ਚਲਾਉਂਦੇ ਆ ਉਸ ਤਰ੍ਹਾਂ ਹੀ, ਪਰ ਮੇਰੇ ਮਨ 'ਚ ਇਹ ਖਿਆਲ ਸੀ ਜੇ ਕਿਤੇ ਪੁਰਬ ਉੱਤੇ ਹਜ਼ੂਰ ਦੇ 60 ਸਵਈਏ ਨੇ, ਜੇ ਇੱਕ ਇੱਕ ਸਵਈਏ ਦੀ ਵਿਚਾਰ ਆਉਣ ਵਾਲੇ ਸਮੇਂ 'ਚ ਜਿਵੇਂ ਪ੍ਰਬੰਧਕ ਵੀਰ ਕਹਿਣਗੇ, ਉਹਦੇ ਨਾਲ ਸਾਰੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋ ਜਾਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ, ਮੇਰੇ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ, ਪਰ ਤੁਸੀਂ ਅਸੀਸ ਬਖਸ਼ਿਓ। ਜੋ ਸਟੇਜ ਤੇ ਕਹਿੰਦੇ ਆ ਅਸੀਂ ਨਹੀਂ ਕਮਾ ਸਕਦੇ, ਸੰਗਤ ਅਸੀਸ ਦੇਵੇ ਜ਼ਿੰਦਗੀ 'ਚ ਕਮਾ ਸਕੀਏ। ਇਸ ਅੰਮ੍ਰਿਤ ਤੁਕ ਦੇ ਅਖੀਰਲੇ ਬਚਨ ਸਰਵਣ ਕਰੋ ਜੀ। ਊਠਤ ਬੈਠਤ ਹਰ ਗੁਣ ਗਾਵੇ, ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ